ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਸੈਕੰਡ ਚੈਪਟਰ ਸਟੈਟਿਸਟਿਕਸ ਅੰਕੜਾ ਵਿਗਿਆਨ ਸ਼ੁਰੂ ਕਰਨ ਜਾ ਰਹੇ ਹਾਂ। 11th ਦਾ ਟੌਪਿਕ ਹੈ ਜਿਸ ਨੂੰ ਅਸੀਂ ਸਬਜੈਕਟਿਵ ਪੁਆਇੰਟ ਆਫ ਵਿਊ ਤੋਂ ਅਸੀਂ ਪੜ੍ਹਦੇ ਤੇ ਪੜ੍ਹਾਉਂਦੇ ਆਏ ਹਾਂ, ਪਰ ਹੁਣ ਅਸੀਂ ਇਸ ਚੈਪਟਰ ਨੂੰ ਐਜ਼ ਅ ਆਬਜੈਕਟਿਵ ਟਾਈਪ ਪ੍ਰਸ਼ਨ ਹੱਲ ਕਰਨ ਲਈ ਪੜ੍ਹਾਂਗੇ। ਇਸ ਚੈਪਟਰ ਨਾਲ ਰਿਲੇਟਡ ਜਿੰਨੇ ਵੀ MCQs ਨੇ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਟਾਈਮ ਟੂ ਟਾਈਮ ਅਪਲੋਡ ਕਰਦਾ ਰਹਾਂਗਾ ਅਤੇ ਚੈਪਟਰ ਕੰਪਲੀਟ ਹੋਣ ਤੇ ਇਸ ਦਾ ਜਿਹੜਾ ਟੈਸਟ ਹੈ ਉਹ ਵੀ ਲਿੱਤਾ ਜਾਵੇਗਾ। ਇਹਦੇ ਨਾਲ ਰਿਲੇਟਡ ਟੌਪਿਕ ਨਾਲ ਰਿਲੇਟਡ ਤੁਹਾਡੇ ਕੋਈ ਵੀ ਡਾਊਟ ਹੋਣ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਤੇ ਹੁਣ ਚੈਪਟਰ ਨੂੰ ਸ਼ੁਰੂ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਰਾਜੇ ਉਹ ਹੈ ਸਟੈਟਿਸਟਿਕਸ। ਚੈਪਟਰ ਕਹਿ ਲਓ, ਟੌਪਿਕ ਕਹਿ ਲਓ, ਸਟੈਟਿਸਟਿਕਸ ਹੈ। ਸਟੈਟਿਸਟਿਕਸ ਕੀ ਹੈ ਸਾਡੇ ਕੋਲ? ਇਹ ਹੈ ਆਪਣੇ ਕੋਲ ਕਲੈਕਸ਼ਨ ਆਫ ਡਾਟਾ, ਐਨਾਲਿਸਿਸ ਆਫ ਡਾਟਾ, ਪ੍ਰੈਜੈਂਟੇਸ਼ਨ ਆਫ ਡਾਟਾ, ਆਰਗੇਨਾਈਜੇਸ਼ਨ ਆਫ ਡਾਟਾ। ਕਹਿੰਦੇ ਵੀ ਜਿਹੜਾ ਸਾਡਾ ਡਾਟਾ ਹੈ ਉਹ ਮੇਨ ਮਕਸਦ ਹੈ, ਮੇਨ ਸੈਂਟਰ ਪੁਆਇੰਟ ਹੈ, ਜਿਸ ਨੂੰ ਅਸੀਂ ਕਲੈਕਟ ਕਰਦੇ ਹਾਂ ਵੇਰੀਅਸ ਵੇਜ਼ ਦੇ ਨਾਲ, ਜਿਸ ਨੂੰ ਅਸੀਂ ਐਨਾਲਾਈਜ਼ ਕਰਦੇ ਹਾਂ, ਫਿਰ ਉਸ ਨੂੰ ਜਿਹੜਾ ਹੈ ਆਰਗੇਨਾਈਜ਼ ਕਰਦੇ ਹਾਂ ਅਤੇ ਫਿਰ ਉਸ ਨੂੰ ਪ੍ਰੈਜੈਂਟ ਕਰਦੇ ਹਾਂ ਤਾਂ ਕਿ ਸਾਡੇ ਕੋਲ ਕੋਈ ਇਨਫੋਰਮੇਟਿਵ ਪੈਟਰਨ ਬਾਹਰ ਨਿਕਲ ਕੇ ਆ ਸਕੇ। ਤਾਂ ਇਹੀ ਰਿਪਰਜੈਂਟੇਸ਼ਨ ਦੇ ਵਿੱਚੋਂ ਇੱਕ ਰਿਪਰਜੈਂਟੇਸ਼ਨ ਸਾਡੇ ਕੋਲ ਹੈ ਐਵਰੇਜ। ਸਭ ਤੋਂ ਪਹਿਲਾਂ ਗੱਲ ਕਰੀਏ ਐਵਰੇਜ ਦੀ ਜਿਹੜੀ ਡੈਫੀਨੇਸ਼ਨ ਦੀ, ਤਾਂ ਐਵਰੇਜ ਦੀ ਡੈਫੀਨੇਸ਼ਨ ਇਹ ਹੈ ਕਿ ਐਨ ਐਵਰੇਜ ਐਜ਼ ਅ ਸਿੰਗਲ ਨੰਬਰ ਟੇਕਨ ਐਜ਼ ਰਿਪਰਜੈਂਟੇਟਿਵ ਆਫ ਅ ਲਿਸਟ ਆਫ ਨੰਬਰਸ। ਕਹਿੰਦੇ ਜਿਹੜੀ ਐਵਰੇਜ ਆ ਉਹ ਇੱਕ ਸਿੰਗਲ ਨੰਬਰ ਹੁੰਦਾ ਜੋ ਬਹੁਤ ਸਾਰੇ ਨੰਬਰਸ ਨੂੰ ਰਿਪਰਜੈਂਟ ਕਰਦਾ ਹੈ। ਇਟ ਇਜ਼ ਦਾ ਸੈਂਟਰਲ ਟੈਂਡੈਂਸੀ ਆਫ ਮੈਜ਼ਰਮੈਂਟ। ਇਸ ਨੂੰ ਸੈਂਟਰਲ ਟੈਂਡੈਂਸੀ ਆਫ ਮੈਜ਼ਰਮੈਂਟ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਉਹਦੇ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਐਵਰੇਜ ਦਾ ਕੰਸੈਪਟ ਸਮਝੀਏ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇ ਨਾਲ। ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਜਾਂ ਤੁਸੀਂ ਐਜ਼ ਅ ਟੀਚਰ ਸਕੂਲ ਦੇ ਵਿੱਚ ਪੜ੍ਹਾਉਂਦੇ ਹੋ ਤਾਂ ਕਲਾਸ ਦੇ ਵਿੱਚ ਇੱਕ ਸਟੂਡੈਂਟ ਨੂੰ ਜਿਹੜਾ ਕਲਾਸ ਮੋਨੀਟਰ ਬਣਾ ਦਿੱਤਾ ਜਾਂਦਾ ਸੀ ਜਾਂ ਫਿਰ ਕਲਾਸ ਰਿਪਰਜੈਂਟੇਟਿਵ ਕਹਿ ਸਕਦੇ ਹਾਂ, ਬਣਾ ਦਿੱਤਾ ਜਾਂਦਾ ਸੀ। ਹੁਣ ਜਿਹੜਾ ਕਲਾਸ ਮੋਨੀਟਰ ਹੁੰਦਾ ਸੀ ਰਾਜੇ, ਉਹਦਾ ਕੀ ਕੰਮ ਹੁੰਦਾ ਸੀ? ਉਹਦਾ ਕੰਮ ਹੁੰਦਾ ਸੀ ਪੂਰੀ ਦੀ ਪੂਰੀ ਕਲਾਸ ਨੂੰ ਰਿਪਰਜੈਂਟ ਕਰਨਾ। ਮੰਨ ਲਓ ਤੁਹਾਡੀ ਸਕੂਲ ਦੇ ਵਿੱਚ ਕੋਈ ਐਥਲੈਟਿਕ ਮੀਟ ਹੁੰਦੀ ਆ, ਕੋਈ ਵੀ ਫੰਕਸ਼ਨ ਹੁੰਦਾ, ਤਾਂ ਉਹ ਜਿਹੜਾ ਕਲਾਸ ਮੋਨੀਟਰ ਹੈ ਉਹਦਾ ਕੰਮ ਹੁੰਦਾ ਸੀ ਕਿ ਆਪਣੀ ਕਲਾਸ ਨੂੰ ਲੀਡ ਕਰਨਾ, ਆਪਣੀ ਕਲਾਸ ਨੂੰ ਰਿਪਰਜੈਂਟ ਕਰਨਾ। ਤਾਂ ਐਵਰੇਜ ਵੀ ਜੋ ਹੈ ਉਹ ਸਿੰਗਲ ਨੰਬਰ ਹੈ ਜੋ ਰਿਪਰਜੈਂਟ ਕਰਦੀ ਹੈ ਪੂਰੀ ਦੇ ਪੂਰੇ ਲਿਸਟ ਆਫ ਨੰਬਰਸ ਨੂੰ ਜਾਂ ਫਿਰ ਸੈੱਟ ਆਫ ਨੰਬਰਸ ਵੀ ਕਹਿ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਇੱਕ ਹੋਰ ਐਗਜ਼ਾਮਪਲ ਅਸੀਂ ਸਮਝ ਲੈਂਦੇ ਰਾਜੇ। ਫੋਰ ਐਗਜ਼ਾਮਪਲ ਤੁਸੀਂ ਜਿਹੜਾ ਹੈ 9th ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੋ। 8th ਕਲਾਸ ਦੇ ਬੱਚੇ ਜਿਹੜੇ ਨੇ ਉਹ 9th ਕਲਾਸ ਦੇ ਵਿੱਚ ਜਿਹੜਾ ਪਾਸ ਆਊਟ ਹੋ ਕੇ ਆ ਰਹੇ ਨੇ। 8th ਕਲਾਸ ਦੇ ਬੱਚਿਆਂ ਨੂੰ ਤੁਸੀਂ ਜਾਣਦੇ ਨਹੀਂ, ਕਦੇ ਉਹਨਾਂ ਨੂੰ ਪੜ੍ਹਾਇਆ ਨਹੀਂ, ਪਰ ਤੁਸੀਂ 9th ਕਲਾਸ ਦੇ ਮੈਥ ਦੇ ਅਧਿਆਪਕ ਹੋ ਤਾਂ ਤੁਸੀਂ 9th ਕਲਾਸ 'ਚ ਜੋ ਹੁਣ 8th ਕਲਾਸ ਦੇ ਬੱਚੇ ਆ ਰਹੇ ਨੇ ਉਹਨਾਂ ਨੂੰ ਪੜ੍ਹਾਉਣਾ ਹੈ। ਫਸਟ ਡੇ ਹੈ ਤੁਹਾਡਾ ਤਾਂ ਤੁਸੀਂ ਕਲਾਸ ਦੇ ਵਿੱਚ ਕੀ ਕੀਤਾ? ਇੱਕ ਇੱਕ ਬੱਚੇ ਨੂੰ ਖੜਾ ਕਰਕੇ ਉਹਨਾਂ ਦੇ ਜਿਹੜੇ ਆ ਸਬਜੈਕਟ ਵਿੱਚੋਂ ਮਾਰਕਸ ਪੁੱਛਣੇ ਸ਼ੁਰੂ ਕਰ ਦਿੱਤੇ। ਤਾਂ ਤੁਸੀਂ ਕੀ ਕੀਤਾ? ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਮੈਥ ਦੇ ਵਿੱਚੋਂ ਕਿੰਨੇ ਨੰਬਰ ਨੇ ਬੇਟਾ, ਸਾਇੰਸ 'ਚੋਂ ਕਿੰਨੇ ਨੰਬਰ ਨੇ, ਇੰਗਲਿਸ਼ 'ਚੋਂ ਕਿੰਨੇ ਨੰਬਰ ਨੇ, ਪੰਜਾਬੀ 'ਚੋਂ ਕਿੰਨੇ ਨੰਬਰ ਨੇ। ਫਿਰ ਤੁਸੀਂ ਉਹਨਾਂ ਨੂੰ ਕਿਹਾ ਕਿ ਬੇਟਾ ਤੁਹਾਡੇ ਸੋਸ਼ਲ ਸਾਇੰਸ ਦੇ ਵਿੱਚੋਂ ਕਿੰਨੇ ਨੰਬਰ ਨੇ। ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਜਿਹੜਾ ਹੈ ਸਬਜੈਕਟ ਦੇ ਵਿੱਚੋਂ ਨੰਬਰ ਪੁੱਛਣੇ ਸ਼ੁਰੂ ਕਰ ਦਿੱਤੇ। ਤਾਂ ਬੱਚਿਆਂ ਨੇ ਤੁਹਾਨੂੰ ਆਪਣੇ ਨੰਬਰ ਜਿਹੜੇ ਆ ਦੱਸਣੇ ਸ਼ੁਰੂ ਕਰ ਦਿੱਤੇ। ਤੁਹਾਡੀ ਕਲਾਸ ਦੇ ਵਿੱਚ ਸਪੋਜ਼ 20 ਬੱਚੇ ਨੇ ਰਾਜੇ ਉਸ ਟਾਈਮ ਪ੍ਰੈਜੈਂਟ, ਤਾਂ ਤੁਸੀਂ ਜਿਹੜਾ ਬੱਚਿਆਂ ਨੂੰ 1 2 3 4 5 ਸਬਜੈਕਟ ਦੇ ਜਿਹੜੇ ਨੰਬਰ ਪੁੱਛਣੇ ਸ਼ੁਰੂ ਕਰ ਦਿੱਤੇ। ਹੁਣ ਰਾਜੇ ਜਦੋਂ ਤੁਸੀਂ ਪਹਿਲੇ ਬੱਚੇ ਨੂੰ 5 ਨੰਬਰਾਂ ਦੇ 5 ਸਬਜੈਕਟ ਦੇ ਜਿਹੜੇ ਨੰਬਰ ਪੁੱਛੇ ਉਹਨੇ ਤੁਹਾਨੂੰ ਦੱਸਤੇ, ਤੁਹਾਨੂੰ ਯਾਦ ਵੀ ਹੋ ਗਏ। ਨੈਕਸਟ ਬੱਚਾ ਇਹ ਸੀ ਆਪਣੇ ਕੋਲ A ਬੱਚਾ ਸਪੋਜ਼, ਨੈਕਸਟ B ਬੱਚੇ ਨੇ ਤੁਹਾਨੂੰ ਨੰਬਰ ਦੱਸੇ ਸੇਮ ਸਬਜੈਕਟ ਦੇ 5 ਸਬਜੈਕਟ ਦੇ, ਉਹਨੇ ਨੰਬਰ ਦੱਸੇ ਤਾਂ ਤੁਹਾਨੂੰ ਜਿਹੜਾ ਉਹ ਵੀ ਨੰਬਰ ਯਾਦ ਹੋ ਗਏ ਕਿਉਂਕਿ ਤੁਹਾਡੀ ਯਾਦਾਸ਼ਤ ਕਾਫੀ ਤੇਜ਼ ਹੈ। ਫਿਰ ਤੁਸੀਂ ਕੀ ਕੀਤਾ? C ਬੱਚੇ ਤੋਂ ਨੰਬਰ ਪੁੱਛੇ ਤਾਂ ਉਹਨੇ ਵੀ ਤੁਹਾਨੂੰ ਸਾਰੇ ਪੰਜੇ ਸਬਜੈਕਟ ਦੇ ਜਿਹੜੇ ਆਪਣੇ ਮਾਰਕਸ ਜਿਹੜੇ ਨੰਬਰ ਦੱਸ ਦਿੱਤੇ ਤਾਂ ਤੁਹਾਨੂੰ ਉਹ ਵੀ ਯਾਦ ਹੋ ਗਏ, ਕਾਫੀ ਤੇਜ਼ ਯਾਦਾਸ਼ਤ ਹੈ ਤੁਹਾਡੀ। ਉਸ ਤੋਂ ਬਾਅਦ ਫਿਰ ਅਸੀਂ D ਬੱਚੇ 'ਤੇ ਆਏ, ਚੌਥੇ ਬੱਚੇ 'ਤੇ ਆਏ। ਉਦੋਂ ਤੁਸੀਂ ਜਿਹੜਾ ਹੈ ਪਹਿਲਾਂ A ਬੱਚੇ ਦੇ ਨੰਬਰ ਜਿਹੜੇ ਪਹਿਲੇ ਬੱਚੇ ਸੀ ਉਹਦੇ ਨੰਬਰ ਭੁੱਲਣੇ ਸ਼ੁਰੂ ਕਰ ਦਿੱਤੇ। ਹੁਣ ਯਾਦਾਸ਼ਤ ਜਿਹੜੀ ਹੈ ਜਵਾਬ ਦੇਗੀ। ਤਾਂ ਰਾਜੇ ਜਦੋਂ ਤੁਸੀਂ E ਬੱਚੇ 'ਤੇ F 'ਤੇ ਜਾਂਦੇ ਜਾਂਦੇ ਤੁਸੀਂ 12ਵੇਂ ਬੱਚੇ 'ਤੇ ਵੀ ਪਹੁੰਚੋਗੇ ਤਾਂ ਤੁਹਾਨੂੰ ਜਿਹੜਾ ਪਹਿਲੇ ਬੱਚੇ ਦੇ ਜਾਂ ਫਿਰ ਦੂਜੇ ਦੇ ਜਾਂ ਫਿਰ ਹੋ ਸਕਦਾ ਪਿਛਲੇ ਜਿਹੜੇ 11 ਬੱਚੇ ਨੇ ਉਹਨਾਂ ਦੇ ਨੰਬਰ ਭੁੱਲ ਜਾਣ। ਤਾਂ ਤੁਸੀਂ ਕੀ ਕੀਤਾ ਰਾਜੇ? ਤੁਸੀਂ ਕਿਹਾ ਵੀ ਬੇਟਾ ਇਸ ਤਰ੍ਹਾਂ ਤਾਂ ਮੈਨੂੰ ਯਾਦ ਹੀ ਨਹੀਂ ਰਹਿਣੇ ਨੰਬਰ। ਜੇ ਮੈਂ 5 ਸਬਜੈਕਟ ਦੇ ਨੰਬਰ ਹਰ ਬੱਚੇ ਤੋਂ ਪੁੱਛਣ ਲੱਗ ਗਏ ਤਾਂ ਇਹ ਤਾਂ 100 ਬਣ ਗਏ, ਕਿਉਂਕਿ 20 ਬੱਚੇ ਨੇ ਤਾਂ 100 ਚੀਜ਼ਾਂ ਮੈਂ 100 ਮਾਰਕਸ ਮੈਨੂੰ ਯਾਦ ਰੱਖਣੇ ਪੈਣਗੇ ਕਿਉਂਕਿ 5 ਸਬਜੈਕਟ ਨੇ ਤਾਂ 20 ਬੱਚੇ ਨੇ। ਤਾਂ ਰਾਜੇ ਤੁਸੀਂ ਕੀ ਕੀਤਾ? ਤੁਸੀਂ ਕਿਹਾ ਵੀ ਇੱਦਾਂ ਕਰੋ ਵੀ ਤੁਸੀਂ ਮੈਨੂੰ ਆਪਣਾ ਟੋਟਲ ਦੱਸੋ। ਟੋਟਲ ਮੰਨ ਲਓ ਪਹਿਲੇ ਬੱਚੇ ਨੇ ਦੱਸਿਆ, ਉਹ ਕਹਿੰਦਾ ਵੀ ਜੀ ਮੇਰੇ 420 ਨੰਬਰ ਬਣੇ ਨੇਗੇ ਆਊਟ ਆਫ
500 ਤਾਂ ਤੁਸੀਂ ਉਸਨੂੰ ਕੀ ਕੀਤਾ, ਮੀਨ ਫਾਈਂਡ ਆਊਟ ਕਰਤਾ, ਐਵਰੇਜ ਫਾਈਂਡ ਆਊਟ ਕਰਕੇ ਦੇਤੀ ਤੇ ਉਹਨੂੰ ਕੀ ਕੀਤਾ, 100 ਨਾਲ ਮਲਟੀਪਲਾਈ ਕਰਤਾ। ਤੁਸੀਂ ਕਿਹਾ ਜੀ ਅੱਛਾ ਤੇਰੇ ਇੰਨੇ % ਬਣਦੇ ਨੇ, 84% ਤੇਰੇ ਨੰਬਰ ਬਣ ਗਏ। ਫਿਰ ਤੁਸੀਂ ਦੂਸਰੇ ਬੱਚੇ ਨੂੰ ਕਿਹਾ ਵੀ ਹਾਂਜੀ ਤੇਰੇ ਕਿੰਨੇ ਨੰਬਰ ਨੇ, ਉਹ ਕਹਿੰਦਾ ਜੀ ਮੇਰੇ 410 ਬਣਦੇ ਨੇ 500 ਚੋਂ। ਤਾਂ ਫਿਰ ਤੁਸੀਂ ਉਹਦੀ ਵੀ ਪਰਸੈਂਟੇਜ ਕੱਢਤੀ, ਮੀਨ ਕੱਢਤਾ, ਤੁਸੀਂ ਕਿਹਾ ਵੀ ਲੈ ਵੀ ਤੇਰੇ 82% ਬਣਦੇ ਨੇ। ਤਾਂ ਤੁਸੀਂ ਕੀ ਕੀਤਾ, ਇਸ ਤਰ੍ਹਾਂ ਯਾਦ ਰੱਖਣੇ ਸ਼ੁਰੂ ਕਰਤੇ। ਇੱਦਾਂ ਜਿਹੜਾ ਸਾਨੂੰ ਯਾਦ ਰੱਖਣਾ ਈਜ਼ੀ ਹੋ ਗਿਆ। ਤਾਂ ਜੇ ਐਵਰੇਜ ਜੋ ਹੈ ਉਹ ਸਾਡੇ ਕੋਲ ਇੱਕ ਤਰ੍ਹਾਂ ਦਾ ਰਿਪਰੈਜ਼ੈਂਟ ਕਰਦਾ ਹੈ, ਸਿੰਗਲ ਨੰਬਰ ਰਿਪਰੈਜ਼ੈਂਟੇਸ਼ਨ ਹੈ ਕਿਸ ਦੀ, ਬਹੁਤ ਸਾਰੀ ਵੈਲਿਊਜ਼ ਦੀ, ਬਹੁਤ ਸਾਰੇ ਨੰਬਰਸ ਦੀ। ਤਾਂ ਜੇ ਇਸੇ ਲਈ ਇਹ ਜਿਹੜਾ ਹੈ ਐਵਰੇਜ ਇੰਪੋਰਟੈਂਸ ਹੋ ਜਾਂਦਾ, ਲੇਕਿਨ ਇੰਪੋਰਟੈਂਸ ਦੇ ਨਾਲ ਨਾਲ ਕੁਝ ਪ੍ਰੋਬਲਮੈਟਿਕ ਏਰੀਆ ਵੀ ਇਸਦਾ ਹੈ, ਕੁਝ ਡਰਾਬੈਕ ਵੀ ਇਸਦਾ ਹੈ, ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਤੇ ਫਿਰ ਗੱਲ ਕਰਦੇ ਹਾਂ ਸੈਂਟਰਲ ਟੈਂਡੈਂਸੀ ਬਾਰੇ। ਗੱਲ ਕਰੀਏ ਤਾਂ ਐਵਰੇਜ ਦੀ ਜਿਹੜੀ ਪ੍ਰੋਬਲਮ ਦੀ ਜਾਂ ਫਿਰ ਡਰਾਬੈਕ ਦੀ, ਤਾਂ ਰਾਜੇ ਇੱਕ ਉਦਾਹਰਨ ਦੇ ਨਾਲ ਮੈਂ ਇਸ ਜਿਹੜੀ ਪ੍ਰੋਬਲਮ ਨੂੰ ਸਮਝਾਉਣਾ ਚਾਹੁੰਦਾ। ਮੈਥ ਦੇ ਅਧਿਆਪਕ ਨੇ ਇਹ ਸਟੂਡੈਂਟ ਤੋਂ ਪੁੱਛਿਆ ਕਿ ਬੇਟਾ ਤੇਰੇ ਜਿਹੜੇ ਹੁਣ ਸਾਡੇ ਐਗਜ਼ਾਮ ਹੋਏ ਸੀਗੇ, ਤੇਰੇ ਉਹਦੇ ਵਿੱਚੋਂ ਕਿੰਨੇ % ਮਾਰਕਸ ਨੇ, ਤਾਂ ਉਹ ਕਹਿੰਦਾ ਜੀ 82% ਮਾਰਕਸ ਨੇ। ਬੀ ਸਟੂਡੈਂਟ ਨੂੰ ਪੁੱਛਿਆ, ਕਹਿੰਦੇ ਤੇਰੇ ਕਿੰਨੇ % ਮਾਰਕਸ ਸੀ ਬੇਟਾ, ਤਾਂ ਉਹ ਕਹਿੰਦਾ ਜੀ ਮੇਰੇ 68% ਮਾਰਕਸ ਸੀਗੇ। ਹੁਣ ਜਿਹੜਾ ਮੈਥ ਦਾ ਅਧਿਆਪਕ ਹੈ, ਮੈਥ ਦੇ ਅਧਿਆਪਕ ਨੇ ਇਹ ਸਵਾਲ ਬੱਚਿਆਂ ਨੂੰ ਪੁੱਛਿਆ, ਉਹ ਮੈਥ ਦਾ ਅਧਿਆਪਕ ਜਿਹੜਾ ਹੈ ਉਸ ਦੇ ਦਿਮਾਗ ਦੇ ਵਿੱਚ ਕੀ ਗੱਲ ਜਾਵੇਗੀ, ਉਹ ਕਹੂਗਾ ਵੀ ਜਿਹੜਾ ਏ ਸਟੂਡੈਂਟ ਹੈ ਉਹ ਆਪਾਂ ਨੂੰ ਉਹ ਕੀ ਹੈ, ਬ੍ਰਾਈਟ ਸਟੂਡੈਂਟ, ਤੇ ਜਿਹੜਾ ਬੀ ਸਟੂਡੈਂਟ ਹੈ ਉਹ ਕੀ ਹੈ, ਐਵਰੇਜ ਸਟੂਡੈਂਟ, ਕਿਉਂਕਿ ਉਹਦੀ ਪਰਸੈਂਟੇਜ ਜਿਹੜੀ ਹੈ ਘੱਟ ਹੈ। ਹੁਣ ਜਦੋਂ ਟੀਚਰ ਨੇ ਕੀ ਕੀਤਾ, ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਬੇਟਾ ਤੁਹਾਡੇ ਮੈਥ ਦੇ ਵਿੱਚੋਂ ਕਿੰਨੇ ਕਿੰਨੇ ਮਾਰਕਸ ਆਏ ਨੇ, ਤਾਂ ਜਿਹੜਾ ਏ ਸਟੂਡੈਂਟ ਹੈ ਉਹ ਕਹਿੰਦਾ ਜੀ ਮੇਰੇ ਮੈਥ ਦੇ ਵਿੱਚੋਂ ਤਾਂ ਜੀ 52 ਨੰਬਰ ਆਏ ਨੇ 100 ਚੋਂ। ਤੇ ਬੀ ਸਟੂਡੈਂਟ ਨੂੰ ਜਦੋਂ ਪੁੱਛਿਆ ਟੀਚਰ ਨੇ ਕਿ ਤੇਰੇ ਮੈਥ ਦੇ ਵਿੱਚੋਂ ਕਿੰਨੇ ਨੰਬਰ ਆਏ ਨੇ ਕਾਕਾ, ਤਾਂ ਉਹ ਕਹਿੰਦਾ ਜੀ ਮੇਰੇ 92 ਨੰਬਰ ਆਏ ਨੇ ਜੀ 100 ਚੋਂ। ਤੇ ਮੈਡਮ ਦੇ ਜਿਹੜਾ ਉੱਥੇ ਹੀ ਅੱਖਾਂ ਖੁੱਲ੍ਹ ਗਈਆਂ ਕਿ ਬੀ ਸਟੂਡੈਂਟ ਜਿਸ ਨੂੰ ਮੈਂ ਐਵਰੇਜ ਸਮਝ ਰਹੀ ਸੀ ਜਾਂ ਸਮਝ ਰਿਹਾ ਸੀ, ਉਹ ਤਾਂ ਜੀ ਮੈਥ ਵਿੱਚੋਂ ਐਕਸੀਲੈਂਟ ਹੈ, ਤੇ ਜਿਹੜਾ ਏ ਸਟੂਡੈਂਟ ਹੈ ਜਿਸ ਨੂੰ ਮੈਂ ਬ੍ਰਾਈਟ ਸਮਝ ਰਹੀ ਸੀ, ਉਹਦੀ ਪਰਸੈਂਟੇਜ ਦੇਖ ਕੇ, ਉਹਦੀ ਮੀਨ ਦੇਖ ਕੇ, ਉਹਦੀ ਐਵਰੇਜ ਦੇਖ ਕੇ, ਉਹ ਤਾਂ ਜੀ ਮੈਥ 'ਚ ਜਮਾਂ ਹੀ 52 ਨੰਬਰ ਆਏ ਨੇ, ਉਹਦੇ ਤਾਂ ਜਮਾਂ ਹੀ ਬੀਤ ਗਿਆ। ਤਾਂ ਰਾਜੇ ਇੱਥੋਂ ਜਿਹੜਾ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਐਵਰੇਜ ਹੈ ਉਹ ਸਾਨੂੰ ਕਈ ਵਾਰ ਜੋ ਹੈ ਉਹ ਮਿਸਲੀਡ ਵੀ ਕਰ ਦਿੰਦੀ ਹੈ, ਮਿਸਗਾਈਡ ਵੀ ਕਰ ਦਿੰਦੀ ਹੈ। ਇੱਥੇ ਮਿਸਲੀਡਿੰਗ ਦੀ ਪ੍ਰੋਬਲਮ ਆਈ ਕਿ ਜਿਹੜਾ ਮੈਥ ਦਾ ਅਧਿਆਪਕ ਹੈ, ਕਿਉਂਕਿ ਮੈਥ ਦੇ ਅਧਿਆਪਕ ਨੂੰ ਆਪਣੇ ਮੈਥ ਦੇ ਵਿਸ਼ੇ ਨਾਲ ਜ਼ਿਆਦਾ ਪਿਆਰ ਹੋਵੇਗਾ, ਤਾਂ ਉਹ ਆਪਣੇ ਮੈਥ ਦੇ ਵਿਸ਼ੇ ਨੂੰ ਹੀ ਪਹਿਲਾਂ ਜਿਹੜਾ ਗੱਲ ਕਰੇਗਾ, ਬੱਚਿਆਂ ਨੂੰ ਪੁੱਛੇਗਾ। ਸਭ ਤੋਂ ਪਹਿਲਾਂ ਉਹਨਾਂ ਨੇ ਪਰਸੈਂਟੇਜ ਪੁੱਛੀ, ਉਸ ਤੋਂ ਉਹਨਾਂ ਨੇ ਆਪਣੇ ਮੈਥ ਦੇ ਨੰਬਰ ਪੁੱਛੇ, ਤਾਂ ਜਦੋਂ ਮੈਥ ਦੇ ਨੰਬਰ ਦੇਖੇ ਤਾਂ ਉਹ ਤਾਂ ਬਿਲਕੁਲ ਹੀ ਮੈਚ ਨਹੀਂ ਹੁੰਦੇ ਸੀ ਉਹਦੀ ਪਰਸੈਂਟੇਜ ਦੇ ਨਾਲ। ਜਦ ਕਿ ਜਦੋਂ ਦੂਸਰਾ ਬੱਚਾ ਸੀਗਾ ਜਿਸ ਨੂੰ ਐਵਰੇਜ ਕਿਹਾ ਸੀਗਾ ਜਾਂ ਡੱਲ ਕਿਹਾ ਸੀ, ਉਹਦੀ ਤਾਂ ਮੈਥ ਦੇ ਵਿੱਚੋਂ ਨੰਬਰ ਹੀ ਬਹੁਤ ਵਧੀਆ ਨੇ। ਤਾਂ ਇੱਥੋਂ ਜਿਹੜਾ ਅਨੁਮਾਨ ਲਗਾਇਆ ਗਿਆ ਕਿ ਜਿਹੜੀ ਐਵਰੇਜ ਹੈ ਰਾਜੇ, ਉਹ ਜਿਹੜੀ ਆ ਕਈ ਵਾਰ ਮਿਸਲੀਡਿੰਗ ਵੀ ਕਰ ਦਿੰਦੀ, ਮਿਸਲੀਡਿੰਗ ਇਨਫੋਰਮੇਸ਼ਨ ਵੀ ਸਾਨੂੰ ਦੇ ਦਿੰਦੀ ਹੈ। ਗੱਲ ਕਰੀਏ ਤਾਂ ਐਵਰੇਜ ਨੂੰ ਜਿਹੜਾ ਹੈ ਸੈਂਟਰਲ ਟੈਂਡੈਂਸੀ ਆਫ ਮੈਜ਼ਰਮੈਂਟ ਕਿਉਂ ਕਿਹਾ ਜਾਂਦਾ ਹੈ। ਸੈਂਟਰਲ ਟੈਂਡੈਂਸੀ ਆਫ ਮੈਜ਼ਰਮੈਂਟ ਕਹਿਣ ਦਾ ਕਾਰਨ ਕੀ ਹੈ ਜੇ ਕੋਈ ਵੀ ਸੀਰੀਜ਼ ਜੋ ਲੈਂਦੇ ਹਾਂ ਤਾਂ ਉਸ ਸੀਰੀਜ਼ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਸਭ ਤੋਂ ਸਮੋਲੈਸਟ ਵੈਲਿਊ ਹੁੰਦੀ ਹੈ ਤੇ ਇੱਕ ਆਪਣੇ ਕੋਲ ਹੁੰਦੀ ਹੈ ਲਾਰਜੈਸਟ ਵੈਲਿਊ। ਠੀਕ ਹੈ ਜੀ। ਤਾਂ ਜਿਹੜੀ ਐਵਰੇਜ ਹੁੰਦੀ ਹੈ ਉਹ ਸਮਵੇਅਰ ਇਨ ਦਾ ਮਿਡਲ ਦੇ ਵਿੱਚ ਹੋ ਸਕਦਾ ਲਾਈ ਕਰੇ, ਹੋ ਸਕਦਾ ਮਿਡਲ ਦੇ ਵਿੱਚ ਲਾਈ ਨਾ ਕਰੇ ਇਹ ਵੈਲਿਊ, ਪਰ ਸਮਵੇਅਰ ਨੀਅਰ ਦਾ ਮਿਡਲ ਜਿਹੜੀ ਹੈ ਸਾਡੀ ਐਵਰੇਜ ਲਾਈ ਕਰਦੀ ਹੈ। ਇਸੇ ਕਰਕੇ ਇਹਨੂੰ ਸੈਂਟਰਲ ਟੈਂਡੈਂਸੀ ਆਫ ਮੈਜ਼ਰਮੈਂਟ ਜਿਹੜਾ ਕਿਹਾ ਜਾਂਦਾ ਹੈ। ਐਵਰੇਜ ਦੀ ਟਾਈਪਸ ਦੀ ਗੱਲ ਕਰੀਏ ਤਾਂ ਰਾਜੇ ਐਵਰੇਜ ਜੋ ਹੈ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੈ ਅਰਿਥਮੈਟਿਕ ਮੀਨ, ਮੀਡੀਅਨ ਤੇ ਮੋਡ। ਤਿੰਨਾਂ ਨੂੰ ਜਿਹੜਾ ਹੈ ਇੱਕ ਇੱਕ ਕਰਕੇ ਇੱਕ ਲੈਕਚਰ ਦੇ ਵਿੱਚ ਅਸੀਂ ਸਮਝਾਂਗੇ ਡਿਟੇਲ ਦੇ ਵਿੱਚ ਕਿਸ ਤਰ੍ਹਾਂ MCQs ਨੂੰ ਸੋਲਵ ਕਰਨਾ ਹੈ। ਉਹ ਵੀ ਇਹਦੇ ਨਾਲ ਰਿਲੇਟਡ ਜਿਹੜੇ MCQs ਨੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਲਾਸਟ ਈਅਰ ਜੋ ਵੀ MCQs ਆਏ ਨੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਇਸ ਜਿਹੜੇ ਆਪਣੇ ਲੈਕਚਰਸ ਨੇ ਰਾਜੇ, ਇਹਨਾਂ ਲੈਕਚਰਸ ਦੇ ਵਿੱਚ ਅਸੀਂ MCQs ਜਿਹੜੇ ਨੇ ਉਹ ਕਰਨੇ ਨੇ ਤਾਂ ਕਿ ਸਾਨੂੰ ਪੇਪਰ ਦੇ ਵਿੱਚ ਜਿਹੜਾ ਪਤਾ ਚੱਲ ਸਕੇ ਕਿ ਸਟੈਟਿਸਟਿਕਸ ਦੇ ਕੁਐਸਚਨ ਨੂੰ ਕਿਵੇਂ ਜਿਹੜਾ ਹੈ ਅਟੈਂਪਟ ਕਰਨਾ ਹੈ। ਹੁਣ ਜੇ ਅਸੀਂ ਗੱਲ ਕੀਤੀ ਕਿ ਐਵਰੇਜ ਸਾਡੇ ਕੋਲ ਕੀ ਹੈ, ਐਵਰੇਜ ਸਿੰਗਲ ਵੈਲਿਊ ਹੁੰਦੀ ਹੈ ਜੋ ਰਿਪਰੈਜ਼ੈਂਟ ਕਰਦੀ ਹੈ ਸੀਰੀਜ਼ ਦੀ ਆਲ ਵੈਲਿਊਜ਼ ਨੂੰ, ਹੈ ਨਾ। ਤਾਂ ਸੀਰੀਜ਼ ਦੀ ਗੱਲ ਕਰੀਏ ਤਾਂ ਸੀਰੀਜ਼ ਸਾਡੇ ਕੋਲ ਕਿਹੜੀ ਕਿਹੜੀ ਹੁੰਦੀਆਂ ਨੇ ਇਹਨਾਂ ਬਾਰੇ ਡਿਸਕਸ ਕਰਦੇ ਹਾਂ। ਤਾਂ ਗੱਲ ਕਰੀਏ ਟਾਈਪਸ ਆਫ ਸੀਰੀਜ਼ ਦੀ, ਤਾਂ ਰਾਜੇ ਸਾਡੇ ਕੋਲ ਤਿੰਨ ਤਰ੍ਹਾਂ ਦੀ ਸੀਰੀਜ਼ ਹੁੰਦੀਆਂ ਨੇ। ਸਭ ਤੋਂ ਪਹਿਲੀ ਸੀਰੀਜ਼ ਜਿਹੜੀ ਸਾਡੇ ਕੋਲ ਹੈ ਉਹ ਹੈ ਇੰਡੀਵਿਜੂਅਲ ਸੀਰੀਜ਼। ਨੈਕਸਟ ਰਾਜੇ ਸਾਡੇ ਕੋਲ ਹੈਗੀ ਡਿਸਕ੍ਰੀਟ ਸੀਰੀਜ਼। ਥਰਡ ਸਾਡੇ ਕੋਲ ਹੈ ਰਾਜੇ ਗਰੁੱਪਡ ਸੀਰੀਜ਼। ਤੇ ਗਰੁੱਪਡ ਸੀਰੀਜ਼ ਦੀ ਵੀ ਗਾਂ ਜਿਹੜੀਆਂ ਰਾਜੇ ਦੋ ਟਾਈਪਸ ਨੇ, ਇਹਨਾਂ ਨੂੰ ਵੀ ਸਮਝਾਂਗੇ ਕਿ ਕਿਸ ਤਰ੍ਹਾਂ ਜਿਹੜਾ ਅਸੀਂ ਡਾਟਾ ਨੂੰ ਜਿਹੜਾ ਹੈ ਰਿਪਰੈਜ਼ੈਂਟ ਕਰ ਸਕਦੇ ਹਾਂ ਇੰਡੀਵਿਜੂਅਲੀ
ਡਾਟਾ ਨੂੰ ਕਿਸ ਤਰ੍ਹਾਂ ਅਸੀਂ ਡਿਸਕ੍ਰੀਟ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ ਤੇ ਡਾਟਾ ਨੂੰ ਅਸੀਂ ਕਿਸ ਤਰ੍ਹਾਂ ਗਰੁੱਪ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹ ਅਸੀਂ ਟਾਈਪਸ ਦੇ ਵਿੱਚ ਜਿਹੜਾ 1 ਬਾਏ 1 ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਸੀਰੀਜ਼ ਹੈ ਉਹ ਹੈ ਆਪਣੇ ਕੋਲ ਇੰਡੀਵਿਜੂਅਲ ਸੀਰੀਜ਼। ਮੇਰੇ ਕੋਲ ਸਪੋਜ਼ ਜਿਹੜੇ ਹੈ 10 ਬੱਚੇ ਮਾਸਟਰ ਕੇਡਰ ਦੀ ਪ੍ਰਿਪਰੇਸ਼ਨ ਕਰਨ ਲਈ ਮੇਰੇ ਨਾਲ ਜੁੜੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਰਜੇ ਤੁਹਾਡੇ ਪੀਐਸ ਟੈਟ ਦੇ ਵਿੱਚੋਂ ਕਿੰਨੇ ਮਾਰਕਸ ਸੀ। ਤਾਂ ਰਜੇ ਜੇ ਉਹ ਮਾਸਟਰ ਕੇਡਰ ਦੀ ਪ੍ਰਿਪਰੇਸ਼ਨ ਕਰ ਰਹੇ ਨੇ ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਦਾ ਪੀਐਸ ਟੈਟ ਕੁਆਲੀਫਾਈਡ ਹੋਵੇਗਾ। ਤਾਂ ਇੱਕ ਬੱਚਾ ਕਹਿੰਦਾ ਜੀ ਮੇਰੇ 104 ਨੰਬਰ ਨੇ। ਸੈਕਿੰਡ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੇ 82 ਨੰਬਰ ਨੇ। ਥਰਡ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੇ 94 ਨੇ। ਫਿਰ ਉਸ ਤੋਂ ਅਗਲੇ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੇ 102 ਨੰਬਰ ਨੇ। ਫਿਰ ਮੈਂ ਨੈਕਸਟ ਇੱਕ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਮੇਰੇ ਵੀ 104 ਨੰਬਰ ਨੇ ਜੀ। ਮੈਂ ਅਗਲੇ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੇ ਤਾਂ 105 ਨੰਬਰ ਹੀ ਹੈ। ਫਿਰ ਨੈਕਸਟ ਬੱਚੇ ਨੂੰ ਪੁੱਛਿਆ ਰਾਜੇ, ਉਹ ਕਹਿੰਦਾ ਜੀ ਮੇਰੇ 83 ਨੰਬਰ ਨੇ। ਇਸੇ ਤਰ੍ਹਾਂ ਮੈਂ ਸਾਰੇ ਬੱਚਿਆਂ ਨੂੰ ਪੁੱਛਦਾ ਗਾ 1 2 3 4 5 6 7 8 9 ਤੇ 10 ਬੱਚਿਆਂ ਨੇ ਆਪਣੇ ਨੰਬਰ ਜਿਹੜੇ ਆ ਮੈਨੂੰ ਦੱਸ ਦਿੱਤੇ। ਇਹ ਬੱਚੇ ਮੇਰੇ ਨਾਲ ਮਾਸਟਰ ਕੇਡਰ ਮੈਥ ਦੀ ਪ੍ਰਿਪਰੇਸ਼ਨ ਕਰਨ ਲਈ ਜੁੜੇ ਸੀਗੇ। ਇਹਨਾਂ ਦਾ ਪੀਐਸ ਟੈਟ ਜਿਹੜਾ ਕੁਆਲੀਫਾਈਡ ਸੀਗਾ ਤੇ ਇਹਨਾਂ ਨੇ ਮੈਨੂੰ ਆਪਣੇ ਨੰਬਰ ਜਿਹੜੇ ਆ ਦੱਸ ਦਿੱਤੇ। ਜੋ ਤੁਹਾਨੂੰ ਰਿਪਰੈਜ਼ੈਂਟੇਸ਼ਨ ਇਹ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਮੈਂ ਇਕੱਲੇ ਬੱਚੇ ਦੇ ਜਿਹੜੇ ਆ ਮਾਰਕਸ ਸਾਹਮਣੇ ਲਿਖ ਦਿੱਤੇ, ਇਹ ਰਿਪਰੈਜ਼ੈਂਟੇਸ਼ਨ ਸਾਨੂੰ ਜਿਹੜਾ ਹੈ ਇੰਡੀਵਿਜੂਅਲ ਸੀਰੀਜ਼ ਜਿਹੜੀ ਆਪਾਂ ਨੂੰ ਇਸ ਤੋਂ ਮਿਲਦੀ ਹੈ। ਤਾਂ ਜਦੋਂ ਅਸੀਂ ਡਾਟਾ ਨੂੰ ਜਾਂ ਵੈਲਿਊ ਕਹਿ ਲਈਏ ਉਸ ਨੂੰ ਅਸੀਂ ਇੰਡੀਵਿਜੂਅਲੀ ਇੰਪੋਰਟੈਂਸ ਦਿੰਦੇ ਹਾਂ, ਇੰਡੀਵਿਜੂਅਲੀ ਲਿਖ ਦਿੰਦੇ ਹਾਂ ਰਾਜੇ, ਤਾਂ ਉਸ ਸੀਰੀਜ਼ ਨੂੰ ਅਸੀਂ ਬੋਲਦੇ ਹਾਂ ਇੰਡੀਵਿਜੂਅਲ ਸੀਰੀਜ਼। ਤੇ ਹੁਣ ਕੀ ਹੋਇਆ ਰਾਜੇ, ਹੁਣ ਕੁਛ ਹੀ ਦਿਨਾਂ ਬਾਅਦ ਜਿਹੜਾ ਇਹ 10 ਬੱਚੇ ਸੀਗੇ, ਇਹ 10 ਬੱਚੇ ਜਿਹੜਾ ਵੱਧ ਕੇ ਮੇਰੇ ਕੋਲ 100 ਬੱਚਾ ਜਿਹੜਾ ਮੇਰੇ ਨਾਲ ਜੁੜ ਗਿਆ ਮਾਸਟਰ ਕੇਡਰ ਮੈਥ ਦੀ ਪ੍ਰਿਪਰੇਸ਼ਨ ਦੇ ਵਾਸਤੇ। ਹੁਣ ਜਿਹੜੇ 100 ਬੱਚੇ ਨੇ, ਇਹਨਾਂ 100 ਬੱਚਿਆਂ ਤੋਂ ਮੈਂ ਜੇ ਇਹਨਾਂ ਦੇ ਪੀਐਸ ਟੈਟ ਦੇ ਮਾਰਕਸ ਪਤਾ ਕਰਨੇ ਹੋਣ ਤਾਂ ਮੈਂ ਕਹੂੰਗਾ ਕਿ ਬੇਟਾ ਆਪਣੇ ਮਾਰਕਸ ਜਿਹੜੇ ਆ ਮੈਨੂੰ ਦੱਸਦੇ ਜਾਓ ਤੇ ਮੈਂ ਲਿਖਦਾ ਜਾਵਾਂਗਾ। ਤੇ ਜਿਵੇਂ ਉਹ ਮੈਨੂੰ ਨੰਬਰ ਦੱਸ ਰਹੇ ਨੇ ਮੈਂ ਉਵੇਂ ਉਹਨਾਂ ਨੂੰ ਲਿਖਦਾ ਗਿਆ। ਤਾਂ ਜਦੋਂ ਮੈਂ ਦੇਖਿਆ ਵੀ ਮੈਨੂੰ ਇਸ ਤਰ੍ਹਾਂ ਤਾਂ ਬਹੁਤ ਟਾਈਮ ਲੱਗ ਜਾਣਾ ਹੈ, ਕਿਉਂਕਿ ਪਹਿਲਾਂ 10 ਬੱਚੇ ਸੀ ਤਾਂ ਈਜ਼ੀਲੀ ਲਿਖ ਲਿਆ, ਲੇਕਿਨ ਹੁਣ 100 ਬੱਚੇ ਨੇ ਤਾਂ 100 ਬੱਚਿਆਂ ਦੇ ਨੰਬਰ ਜੇ ਮੈਂ ਇਸ ਤਰ੍ਹਾਂ ਲਿਖਦਾ ਗਿਆ ਤਾਂ ਬਹੁਤ ਹੀ ਜ਼ਿਆਦਾ ਟਾਈਮ ਜਿਹੜਾ ਲੱਗਣ ਵਾਲਾ ਹੈ, ਬਹੁਤ ਪ੍ਰੋਬਲਮ ਜਿਹੜੀ ਮੈਨੂੰ ਹੋਣ ਵਾਲੀ ਹੈ। ਅਗਰ ਮੈਂ ਇਕੱਲੇ ਬੱਚੇ ਦੇ ਨੰਬਰ ਲਿਖਾਂ, ਇਕੱਲੇ ਵੈਲਿਊਜ਼ ਨੂੰ ਜਾਂ ਇਕੱਲੇ ਡਾਟਾ ਨੂੰ ਰਿਪਰੈਜ਼ੈਂਟ ਕਰਾਂ ਤਾਂ ਉਹ ਸਾਡੇ ਕੋਲ ਇੰਡੀਵਿਜੂਅਲ ਸੀਰੀਜ਼ ਬਣਦੀ ਸੀ। ਲੇਕਿਨ ਉਹ ਸੀਰੀਜ਼ ਜਿਹੜੀ ਆ ਸਾਡੇ ਕੋਲ ਉੱਥੋਂ ਤੱਕ ਜਿਹੜੀ ਆ ਪ੍ਰੋਬਲਮ ਕ੍ਰੀਏਟ ਨਹੀਂ ਕਰਦੀ ਸੀ ਜਦੋਂ ਤੱਕ ਸਾਡੇ ਕੋਲ ਡਾਟਾ ਜਿਹੜਾ ਉਹਦੀ ਕਲੈਕਸ਼ਨ ਛੋਟੀ ਹੋਵੇ, ਸੈੱਟ ਛੋਟਾ ਹੋਵੇ। ਪਰ ਜਿਵੇਂ ਸੈੱਟ ਵੱਡਾ ਹੋ ਜਾਂਦਾ, ਡਾਟਾ ਦਾ ਕਲੈਕਸ਼ਨ ਵੱਧ ਗਿਆ, ਜਿਵੇਂ ਪਹਿਲਾਂ 10 ਸੀ, ਇਹ 10 ਬੱਚੇ ਸੀਗੇ ਹੁਣ 100 ਹੋ ਗਏ, ਉਵੇਂ ਜਿਹੜੀ ਇੰਡੀਵਿਜੂਅਲ ਸੀਰੀਜ਼ ਆ ਉਹ ਸਾਡੇ ਲਈ ਘੱਟ ਯੂਜ਼ਫੁਲ ਹੋ ਜਾਂਦੀ ਹੈ। ਰਿਪਰੈਜ਼ੈਂਟ ਕਰ ਸਕਦੇ ਹਾਂ ਲੇਕਿਨ ਉਸ ਨੂੰ ਰਿਪਰੈਜ਼ੈਂਟ ਕਰਨ ਦੇ ਵਿੱਚ ਸਾਡਾ ਟਾਈਮ ਵੀ ਵੇਸਟ ਹੋਵੇਗਾ ਤੇ ਉਹਨੂੰ ਰਿਪਰੈਜ਼ੈਂਟ ਕਰਨ ਦੇ ਵਿੱਚ ਗਲਤੀਆਂ ਹੋਣ ਦੀ ਪੋਸੀਬਿਲਿਟੀ ਵੀ ਹੈ। ਤਾਂ ਅਸੀਂ ਕੀ ਕੀਤਾ ਰਾਜੇ, ਅਸੀਂ ਕਿਹਾ ਵੀ ਹੁਣ ਸਾਨੂੰ ਇਹ ਪਤਾ ਹੈ ਵੀ ਸਾਰੇ ਜਿਹੜੇ ਨੇ 82 83 84 ਇਸ ਤਰ੍ਹਾਂ ਦੇ ਨੰਬਰ ਨੇ ਤੇ ਮੈਕਸਿਮਮ ਨੰਬਰ ਸਾਨੂੰ ਪਤਾ ਹੈ ਕਿੰਨੇ ਹੁੰਦੇ ਨੇ ਪੀਐਸ ਟੈਟ ਦੇ ਵਿੱਚ 150 ਹੁੰਦੇ ਨੇ। ਮਿਨੀਮਮ ਨੰਬਰ 82 ਨੇ ਤੇ ਮੈਕਸਿਮਮ ਕਿੰਨੇ ਨੇ 150। ਤਾਂ ਅਸੀਂ ਕੀ ਕੀਤਾ ਰਾਜੇ, ਅਸੀਂ ਪੁੱਛਣਾ ਸ਼ੁਰੂ ਕਰ ਦਿੱਤਾ ਵੀ 82 ਨੰਬਰ ਵਾਲੇ ਕਿੰਨੇ ਬੱਚੇ ਨੇ, ਉਹਨਾਂ ਦੀ ਕਾਊਂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਤਾਂ ਉਹ ਕਹਿੰਦੇ ਜੀ ਅਸੀਂ 7 ਬੱਚੇ ਹਾਂ। ਫਿਰ ਮੈਂ ਕਿਹਾ 83 ਨੰਬਰ ਵਾਲੇ ਕਿੰਨੇ ਬੱਚੇ ਨੇ, ਉਹ ਕਹਿੰਦਾ ਜੀ ਸਾਡੀ ਗਿਣਤੀ ਜਿਹੜੀ ਆ ਉਹ 11 ਗੀ। ਫਿਰ ਮੈਂ ਕਿਹਾ 84 ਨੰਬਰ ਵਾਲੇ ਬੱਚੇ ਖੜੇ ਹੋ ਜਾਓ, ਉਹ ਕਹਿੰਦੇ ਜੀ ਅਸੀਂ 10 ਬੱਚੇ ਹਾਂ। ਇਸੇ ਤਰ੍ਹਾਂ 85, ਇਸੇ ਤਰ੍ਹਾਂ 86, ਇਸੇ ਤਰ੍ਹਾਂ ਕਰਦੇ 150 ਨੰਬਰ ਤੱਕ ਪਹੁੰਚ ਗਿਆ। ਮੈਂ ਕਿਹਾ ਜੀ 150 ਕਿਸ ਦੇ ਨੇ, ਤਾਂ ਕਹਿੰਦਾ ਜੀ ਕਿਸੇ ਦੇ ਵੀ ਨਹੀਂ। ਤਾਂ ਇਸੇ ਤਰੀਕੇ ਦੇ ਨਾਲ ਮੈਂ ਇਹਨਾਂ ਦੀ ਜਿਹੜੀ ਆ ਉਹ ਕਾਊਂਟਿੰਗ ਕਰ ਲਈ। ਹੁਣ ਜਿਹੜਾ ਆਹ ਮੈਥਡ ਸੀਗਾ ਇੰਡੀਵਿਜੂਅਲ ਸੀਰੀਜ਼ ਵਾਲਾ ਰਾਜੇ, ਇਸ ਦੇ ਵਿੱਚ ਸਾਡੇ ਸਾਹਮਣੇ ਜਿਹੜੀਆਂ ਉਹ ਵੈਲਿਊਜ਼ ਉਹ ਡਾਟਾ ਜਿਹੜਾ ਪਿਆ ਸੀ। ਲੇਕਿਨ ਜਿਹੜੀ ਆਹ ਮੈਂ ਸੀਰੀਜ਼ ਜਿਹੜੀ ਬਣਾਈ ਹੈ ਸੈਕਿੰਡ ਸੀਰੀਜ਼, ਜਿਸ ਨੂੰ ਅਸੀਂ ਡਿਸਕ੍ਰੀਟ ਸੀਰੀਜ਼ ਦਾ ਨਾਮ ਦਿੰਦੇ ਹਾਂ। ਕਿਹੜੀ ਸੀਰੀਜ਼, ਡਿਸਕ੍ਰੀਟ ਸੀਰੀਜ਼। ਇਸ ਸੀਰੀਜ਼ ਦੇ ਵਿੱਚ ਰਾਜੇ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦੀ ਸਾਨੂੰ ਕੋਈ ਇੰਪੋਰਟੈਂਸ ਜ਼ਿਆਦਾ ਨਹੀਂ ਹੁੰਦੀ, ਉਸ ਦੇ ਵਿੱਚ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਕਾਊਂਟਿੰਗ ਦੀ, ਨੰਬਰ ਦੀ, ਵੀ ਕਿੰਨੇ ਨੰਬਰ ਆਫ ਸਟੂਡੈਂਟਸ ਨੇ ਜਿਨ੍ਹਾਂ ਦੇ ਮਾਰਕਸ 82 ਨੇ, ਕਿੰਨੇ ਨੰਬਰ ਆਫ ਸਟੂਡੈਂਟਸ ਨੇ ਜਿਨ੍ਹਾਂ ਦੇ ਮਾਰਕਸ 86 ਨੇ। ਤਾਂ ਉਹ ਜਿਹੜੀ ਨੰਬਰ ਆਫ ਸਟੂਡੈਂਟਸ ਦੀ ਜਿਹੜੀ ਕਾਊਂਟਿੰਗ ਹੈ ਅਸੀਂ ਉਸ ਨੂੰ ਬੋਲਦੇ ਹਾਂ ਫ੍ਰੀਕੁਐਂਸੀ। ਫ੍ਰੀਕੁਐਂਸੀ ਹੁੰਦੀ ਹੈ ਰਾਜੇ ਕਿ ਕੋਈ ਵੀ ਨੰਬਰ ਕਿੰਨੇ ਵਾਰ ਰਿਪੀਟ ਕਰਦਾ ਹੈ ਖੁਦ ਨੂੰ। ਜਿਵੇਂ 7 ਜਿਹੜਾ ਉਹ ਕਿੰਨੇ 82 ਮਾਰਕਸ ਜਿਹੜੇ ਉਹ ਕਿੰਨੇ ਵਾਰ ਰਿਪੀਟ ਹੋਏ, 7 ਵਾਰ, ਮਤਲਬ 7 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਦੇ 82 ਨੰਬਰ ਸੀ। ਤਾਂ ਫ੍ਰੀਕੁਐਂਸੀ ਜਿਹੜੀ ਆ ਉਹ ਫ੍ਰੀਕੁਐਂਸੀ ਹੁੰਦੀ ਹੈ ਕਿ ਕਿੰਨੇ ਵਾਰ ਇੱਕ ਨੰਬਰ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਤਾਂ ਰਾਜੇ ਸਾਡੀ ਜਿਹੜੀ ਡਿਸਕ੍ਰੀਟ ਸੀਰੀਜ਼ ਹੈ ਇਸ ਦੇ ਵਿੱਚ ਸਾਨੂੰ ਇੰਪੋਰਟੈਂਸ ਜਿਹੜੀ ਆ ਉਹ ਅਸੀਂ ਦਿੰਦੇ ਹਾਂ ਫ੍ਰੀਕੁਐਂਸੀ ਨੂੰ। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਅਸੀਂ ਇੰਪੋਰਟੈਂਸ ਦਿੰਦੇ ਹਾਂ ਵੈਲਿਊਜ਼ ਨੂੰ। ਠੀਕ ਹੈ ਜੀ, ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣਾ ਸੀਰੀਜ਼ ਬਣਾਉਣ ਟਾਈਮ।
ਥਰਡ ਸਾਡੇ ਕੋਲ ਜਿਹੜੀ ਹੈ ਇੰਪੋਰਟੈਂਟ ਗਰੁੱਪਡ ਸੀਰੀਜ਼ ਹੈ। ਜਿਹੜੀ ਇਹ ਸੀਰੀਜ਼ ਨੇ ਨਾ, ਅਸੀਂ ਇਹਨਾਂ ਨੂੰ ਬਣਾ ਕੇ ਨਹੀਂ ਦਿਖਾਉਣਾ, ਲੇਕਿਨ ਸਾਨੂੰ ਸੀਰੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਐਗਜ਼ਾਮ ਦੇ ਵਿੱਚ ਕਿਸ ਟਾਈਪ ਦੀ ਸੀਰੀਜ਼ ਜਿਹੜੀ ਹੈ ਸਾਡੇ ਕੋਲ ਸਾਹਮਣੇ ਲਿਖੀ ਹੋਈ ਹੈ। ਜਿਹੜੀ ਗਰੁੱਪਡ ਸੀਰੀਜ਼ ਹੈ ਰਾਜੇ, ਗਰੁੱਪਡ ਸੀਰੀਜ਼ ਦੇ ਵਿੱਚ ਸਾਨੂੰ ਕਿਉਂ ਜ਼ਰੂਰਤ ਪਈ? ਹੁਣ ਸਪੋਜ਼ ਜਿਹੜਾ ਹੈ 10,000 ਬੱਚਿਆਂ ਨੇ ਮੇਰੇ ਨਾਲ ਜੁੜ ਕੇ ਮਾਸਟਰ ਕੇਡਰ ਦੀ ਪ੍ਰਿਪਰੇਸ਼ਨ ਕਰ ਲਈ। ਪਹਿਲਾਂ ਮੇਰੇ ਕੋਲ 10 ਬੱਚੇ ਜੁੜੇ, ਫਿਰ ਮੇਰੇ ਕੋਲ 100 ਬੱਚਾ ਜੁੜਿਆ, ਫਿਰ ਮੇਰੇ ਕੋਲ 10,000 ਬੱਚਾ ਜੁੜਿਆ ਅਤੇ ਉਹਨਾਂ ਨੇ ਮੇਰੇ ਨਾਲ ਰਲ ਕੇ ਜਿਹੜੀ ਹੈ ਮਾਸਟਰ ਕੇਡਰ ਦੀ ਤਿਆਰੀ ਕੀਤੀ। ਹੁਣ ਜਿਹੜੇ 10,000 ਬੱਚੇ ਨੇ ਉਹਨਾਂ ਨੇ ਮਾਸਟਰ ਕੇਡਰ ਦਾ ਪੇਪਰ ਦਿੱਤਾ ਸਪੋਜ਼, ਵੈਸੇ ਤਾਂ ਇਹ ਇੰਪੋਸੀਬਲ ਹੈ, ਪਰ ਸਪੋਜ਼ 10,000 ਬੱਚੇ ਮੇਰੇ ਨਾਲ ਜੁੜ ਗਏ। ਤਾਂ 10,000 ਬੱਚਿਆਂ ਨੇ ਜਦੋਂ ਮੇਰੇ ਨਾਲ ਜੁੜ ਗਏ ਤਾਂ ਰਾਜੇ ਉਹਨਾਂ ਨੇ ਮਾਸਟਰ ਕੇਡਰ ਦਾ ਪੇਪਰ ਦਿੱਤਾ। ਮਾਸਟਰ ਕੇਡਰ ਦਾ ਪੇਪਰ ਦੇ ਕੇ ਜਦੋਂ ਉਹ ਆਏ ਤਾਂ ਕੁਝ ਹੀ ਦਿਨਾਂ ਬਾਅਦ ਉਹਨਾਂ ਦਾ ਕੀ ਆ ਜਾਣਾ, ਰਿਜ਼ਲਟ ਆ ਗਿਆ, ਆਨਸਰ ਕੀ ਆ ਗਈ, ਰਿਜ਼ਲਟ ਆ ਗਿਆ, ਸਾਰਾ ਉਹਨਾਂ ਦਾ ਪ੍ਰੋਸੈਸ ਕੰਪਲੀਟ ਹੋ ਗਿਆ। ਤਾਂ ਮੈਂ ਕੀ ਕੀਤਾ, ਉਹਨਾਂ ਬੱਚਿਆਂ ਤੋਂ ਪੁੱਛਿਆ ਕਿ ਤੁਸੀਂ ਆਪਣੇ ਨੰਬਰ ਦੱਸਣੇ ਸ਼ੁਰੂ ਕਰ ਦਿਓ। ਹੁਣ ਰਾਜੇ ਜੇ 10,000 ਬੱਚੇ ਦੇ ਨੰਬਰ ਮੈਂ ਇੱਕ ਇੱਕ ਕਰਕੇ ਲਿਖੂੰਗਾ ਇਕੱਲੇ ਬੱਚੇ ਦੇ, ਤਾਂ ਉਹ ਸਾਡੇ ਕੋਲ ਇੰਡੀਵਿਜੂਅਲ ਸੀਰੀਜ਼ ਬਣ ਜੂਗੀ। ਜੇ ਮੈਂ 10,000 ਬੱਚੇ ਦਾ ਜਿਹੜੀ ਇਹ ਫ੍ਰੀਕੁਐਂਸੀ ਬਣਾ ਲਊਂਗਾ ਕਿ ਆਪਾਂ ਕਿੰਨੇ ਦੇਖਦੇ ਹਾਂ ਵੀ ਹਾਂਜੀ 82 ਨੰਬਰ ਕਿੰਨੇ ਬੱਚਿਆਂ ਦੇ ਹੈ, 87 ਨੰਬਰ ਕਿੰਨੇ ਬੱਚਿਆਂ ਦੇ ਹੈ, 100 ਨੰਬਰ ਕਿੰਨੇ ਬੱਚਿਆਂ ਦਾ ਹੈ, 42 ਨੰਬਰ ਕਿੰਨੇ ਬੱਚਿਆਂ ਦੇ ਹੈ। ਕਿਉਂਕਿ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਤਾਂ ਆਪਣੇ ਕੋਲ ਮਿਨੀਮਮ ਨੰਬਰ 0 ਵੀ ਹੋ ਸਕਦਾ ਅਤੇ ਮੈਕਸੀਮਮ 150 ਚੋਂ ਵੀ 150 ਵੀ ਹੋ ਸਕਦੇ ਨੇ। ਪੋਸੀਬਿਲਿਟੀ ਤਾਂ ਹੈਗੀ ਹੈ ਨਾ, ਉਹ ਅਲੱਗ ਗੱਲ ਹੈ ਕਿ ਕਿਸੇ ਦੇ 150 ਨਾ ਆਉਣ, ਪਰ ਪੋਸੀਬਿਲਿਟੀ ਹੈ। ਤਾਂ ਅਸੀਂ ਕੀ ਕੀਤਾ ਰਾਜੇ, ਡਿਸਕ੍ਰੀਟ ਸੀਰੀਜ਼ ਬਣਾ ਲਈ। ਲੇਕਿਨ ਹੁਣ ਪ੍ਰੋਬਲਮ ਕੀ ਹੈ ਕਿ 10,000 ਬੱਚੇ ਦਾ ਇੰਡੀਵਿਜੂਅਲ ਸੀਰੀਜ਼ ਅਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਉਹਨਾਂ ਦਾ ਡਾਟਾ ਰਿਪਰਜੈਂਟ ਕਰਨਾ, ਮਾਰਕਸ ਨੂੰ ਰਿਪਰਜੈਂਟ ਕਰਨਾ ਬਹੁਤ ਔਖਾ ਹੋ ਗਿਆ ਸੀਗਾ। ਤਾਂ ਫਿਰ ਅਸੀਂ ਕੀ ਕੀਤਾ, ਅਸੀਂ ਗਰੁੱਪ ਬਣਾਉਣੇ ਸ਼ੁਰੂ ਕਰ ਦਿੱਤੇ। ਗਰੁੱਪਿਜ਼ਮ ਕਰਨ ਦੇ ਵੇਲੇ ਅਸੀਂ ਹੁਣ ਕੀ ਕੀਤਾ ਰਾਜੇ, ਅਸੀਂ 0 ਤੋਂ ਸ਼ੁਰੂ ਨਹੀਂ ਕੀਤਾ। ਅਸੀਂ ਅਗਰ 0 ਤੋਂ ਸ਼ੁਰੂ ਕਰਦੇ ਕਿ ਹਾਂਜੀ 0 ਦੀ ਕਿੰਨੀ ਫ੍ਰੀਕੁਐਂਸੀ ਹੈ, ਕਿੰਨੇ ਬੱਚੇ ਨੇ, ਤਾਂ ਫਿਰ ਉਹੀ ਗੱਲ ਡਿਸਕ੍ਰੀਟ ਸੀਰੀਜ਼ ਬਣ ਜਾਣੀ ਸੀ। ਅਸੀਂ ਇੱਥੇ ਕੀ ਕੀਤਾ, ਸਾਨੂੰ ਪਤਾ ਹੈ ਜਿਹੜੀ ਮੈਥ ਦੀ ਕਟ ਆਫ ਹੈ ਉਹ 80 ਤੋਂ 85 ਨੰਬਰ ਦੇ ਵਿੱਚ ਹੋ ਸਕਦਾ ਜਾਵੇ, ਕਿ 85 ਨੰਬਰ ਵਾਲਾ ਸਿਲੈਕਟ ਹੋ ਜੇ, 80 ਵਾਲਾ ਸਿਲੈਕਟ ਹੋ ਜੇ। ਤਾਂ ਅਸੀਂ ਕੀ ਕੀਤਾ, ਅਸੀਂ ਸਭ ਤੋਂ ਪਹਿਲਾਂ ਇੱਥੇ ਲਿਖ ਲਿੱਤਾ ਕਿ ਬਿਲੋ 80, ਕਿ 80 ਤੋਂ ਘੱਟ ਵਾਲੇ ਕਿੰਨੇ ਬੱਚੇ ਨੇ। ਅਸੀਂ ਕਿਹਾ 80 ਤੋਂ ਘੱਟ ਵਾਲੇ ਸਪੋਜ਼ ਜਿਹੜੇ ਆ ਆਪਣੇ ਕੋਲ 2713 ਬੱਚੇ ਨੇ, ਵੀ 80 ਨੰਬਰ ਜਿਨ੍ਹਾਂ ਦੇ ਘੱਟ ਨੇ, 80 ਤੋਂ ਘੱਟ ਨੇ। ਫਿਰ ਅਸੀਂ ਕਿਹਾ ਜੀ 80 ਤੋਂ ਲੈ ਕੇ 90 ਤੱਕ ਨੰਬਰ ਵਾਲੇ ਕਿੰਨੇ ਬੱਚੇ ਨੇ, ਤਾਂ ਉਹ ਕਹਿੰਦੇ ਜੀ ਆਪਣੇ ਕੋਲ 1400 ਬੱਚਾ ਜਿਨ੍ਹਾਂ ਦੇ 80 ਤੋਂ 90 ਦੇ ਵਿੱਚ ਮਾਰਕਸ ਆਏ ਨੇ। ਇਹ ਅਸੀਂ ਕਿਸ ਨੂੰ ਲਿਖ ਰਹੇ ਹਾਂ, ਮਾਰਕਸ ਨੂੰ। ਇਹ ਅਸੀਂ ਕਿਸ ਨੂੰ ਲਿਖ ਰਹੇ ਹਾਂ, ਫ੍ਰੀਕੁਐਂਸੀ ਨੂੰ। ਅਸੀਂ ਇੱਥੇ ਫ੍ਰੀਕੁਐਂਸੀ ਨੂੰ ਲਿਖ ਰਹੇ ਹਾਂ ਅਤੇ ਮਾਰਕਸ ਨੂੰ ਲਿਖ ਰਹੇ ਹਾਂ। ਲੇਕਿਨ ਅਸੀਂ ਇਸ 'ਚ ਕੀ ਤਬਦੀਲੀ ਕੀਤੀ, ਅਸੀਂ ਸਿੱਧਾ ਸ਼ੁਰੂ ਕੀਤਾ 80 ਤੋਂ ਘੱਟ ਵਾਲੇ ਮਾਰਕਸ ਤੋਂ। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਵੀ ਜਿਹਦੇ 90 ਤੋਂ ਲੈ ਕੇ 100 ਤੱਕ ਨੰਬਰ ਨੇ, ਤਾਂ ਉਹ ਕਿੰਨੇ ਬੱਚੇ ਨੇ। ਉਹ ਕਹਿੰਦੇ ਜੀ ਸਪੋਜ਼ 742 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਨੰਬਰ 91, 92, 93, 90, 98, 99 ਨੇ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕੀ ਕੀਤਾ, ਅਸੀਂ ਕਿਹਾ ਵੀ 100 ਤੋਂ ਲੈ ਕੇ 110 ਤੱਕ ਕਿੰਨੇ ਬੱਚੇ ਨੇ। ਉਹ ਕਹਿੰਦੇ ਜੀ 712 ਬੱਚੇ ਨੇ। ਅਤੇ ਫਿਰ ਕਿਹਾ 110 ਤੋਂ ਲੈ ਕੇ 120 ਤੱਕ, 120 ਤੋਂ 130 ਤੱਕ, 130 ਤੋਂ 140 ਤੱਕ, ਅਤੇ 140 ਤੋਂ 150 ਤੱਕ, ਅਤੇ 150 ਤੋਂ ਲੈ ਕੇ 160 ਦੀ ਵੀ ਸੀਰੀਜ਼ ਅਸੀਂ ਬਣਾ ਲਈ। ਕਿਉਂ ਬਣਾਈ, ਕਿਉਂਕਿ 150 ਦੇ ਵਿੱਚੋਂ 150 ਵੀ ਜੇ ਕਿਸੇ ਦੇ ਹੋਏ ਤਾਂ ਉਹ ਇੱਥੇ ਆ ਜਾਊਗਾ। ਇਸ ਬਾਰੇ ਵੀ ਗੱਲ ਕਰਦੇ ਹਾਂ ਵੀ ਕਿਹੜਾ ਨੰਬਰ ਜਿਹੜਾ ਉਹ ਕੰਸੀਡਰ ਕਰਨਾ ਹੁੰਦਾ, ਕਿਹੜਾ ਨਹੀਂ ਕਰਨਾ ਹੁੰਦਾ। ਤਾਂ ਰਾਜੇ ਇਹ ਅਸੀਂ ਆਪਾਂ ਕੀ ਬਣਾ ਲਈ, ਇੱਕ ਸੀਰੀਜ਼ ਬਣਾ ਲਈ, ਵੱਖਰੀ ਸੀਰੀਜ਼ ਬਣਾ ਲਈ, ਜਿਹੜੀ ਸੀਰੀਜ਼ ਦੇ ਵਿੱਚ ਅਸੀਂ ਕੀ ਕੀਤਾ, ਗਰੁੱਪ ਨੂੰ ਪ੍ਰੈਫਰੈਂਸ ਦਿੱਤੀ। ਇਹ ਸਾਡੇ ਕੋਲ ਇੱਕ ਗਰੁੱਪ ਬਣ ਗਿਆ, ਇਸ ਨੂੰ ਅਸੀਂ ਗਰੁੱਪ ਬੋਲਦੇ ਹਾਂ। ਗਰੁੱਪ ਜਾਂ ਫਿਰ ਕਲਾਸ ਜਾਂ ਇੰਟਰਵਲ ਵੀ ਬੋਲ ਦਿੰਦੇ ਹਾਂ। ਤਾਂ ਇਸ ਗਰੁੱਪ ਦੇ ਵਿੱਚ ਹੁਣ ਤੁਸੀਂ ਦੇਖ ਲਓ ਅੰਤਰ ਜਿਹੜਾ ਅਸੀਂ 10-10 ਦਾ ਰੱਖਿਆ, 5-5 ਦਾ ਵੀ ਰੱਖ ਸਕਦੇ ਸੀ, 50-50 ਦਾ ਵੀ ਰੱਖ ਸਕਦੇ ਸੀ, 20-20 ਦਾ ਵੀ ਰੱਖ ਸਕਦੇ ਸੀ, 100-100 ਦਾ ਅੰਤਰ ਵੀ ਰੱਖ ਸਕਦੇ ਸੀ। ਤਾਂ ਇਹਦੇ ਨਾਲ ਜਿਹੜਾ ਹੈ ਸਾਨੂੰ ਸੌਖਾ ਹੋ ਗਿਆ ਲਿਖਣਾ। ਹੁਣ ਜਿਸ ਤਰ੍ਹਾਂ ਮੈਂ ਇਹ ਸੀਰੀਜ਼ ਬਣਾਈ ਹੈ, ਇੱਕ ਹੋਰ ਸੀਰੀਜ਼ ਇਸੇ ਨਾਲ ਹੀ ਮੈਂ ਬਣਾ ਸਕਦਾ ਕਿ ਮੈਂ ਕਹਿੰਦਾ ਵੀ ਲੈਸ ਦੈਨ 80 ਜਾਂ ਲੈਸ ਦੈਨ 90। ਲੈਸ ਦੈਨ 90 ਵਾਲੇ ਕਿੰਨੇ ਬੱਚੇ ਨੇ ਉਹ ਬਣਾ ਲਏ। ਫਿਰ ਮੈਂ ਕਿਹਾ ਜੀ ਉਸ ਤੋਂ ਬਾਅਦ 90 ਤੋਂ ਲੈ ਕੇ ਆਪਣੇ 120 ਤੱਕ ਕਿੰਨੇ ਬੱਚੇ ਨੇ। ਹੁਣ ਜਿਹੜਾ ਮੈਂ ਗੈਪ ਹੈ ਉਹ ਕਲਾਸ ਇੰਟਰਵਲ ਦਾ ਉਹ ਮੈਂ ਵਧਾ ਤਾ, ਉਹ ਮੈਂ ਕਰ ਦਿੱਤਾ 30। ਫਿਰ ਮੈਂ ਕਿਹਾ ਜੀ 120 ਤੋਂ 150। ਤਾਂ ਤੁਸੀਂ ਦੇਖੋਗੇ ਕਿ 3 ਸਟੈਪ ਦੇ ਵਿੱਚ ਹੀ ਮੈਂ ਸਾਰੇ ਬੱਚਿਆਂ ਨੂੰ ਕਾਊਂਟ ਕਰ ਲਿਆ ਮਾਰਕਸ ਦੇ ਅਕੋਰਡਿੰਗ। ਤਾਂ ਜੇ ਗਰੁੱਪ ਸੀਰੀਜ਼ ਆ ਜਿਹੜੀ ਉਸਨੇ ਵੱਡੇ ਡਾਟਾ ਨੂੰ ਜਿਹੜਾ ਹੈ ਬਹੁਤ ਵੱਡੀ ਵੈਲਿਊ, ਬਹੁਤ ਵੱਡੇ ਨੰਬਰ ਦੇ ਜਿਹੜੇ ਡਾਟਾ ਨੂੰ ਆ ਉਸ ਨੂੰ ਵੀ ਰਿਪਰੈਜ਼ੈਂਟੇਸ਼ਨ ਕਰਨੀ ਸੌਖੀ ਕਰ ਦਿੱਤੀ ਗਰੁੱਪਡ ਸੀਰੀਜ਼ ਨੇ। ਗਰੁੱਪਡ ਸੀਰੀਜ਼ ਜਿਹੜੀਆਂ ਰਾਜੇ ਉਹ ਅੱਗੇ ਜਿਹੜੀ ਹੈ 2 ਟਾਈਪਸ ਦੀ ਹੁੰਦੀ ਹੈ। ਇੱਕ ਟਾਈਪ ਉਹਦੀ ਇਨਕਲੂਸਿਵ, ਦੂਸਰੀ ਹੈ ਐਕਸਕਲੂਸਿਵ। ਇਨਕਲੂਸਿਵ ਐਕਸਕਲੂਸਿਵ ਦੋਨਾਂ ਨੂੰ ਅਸੀਂ ਹੁਣ ਜਿਹੜਾ ਸਟੱਡੀ ਕਰਾਂਗੇ।
ਗਰੁੱਪਡ ਸੀਰੀਜ਼ ਦੀ ਜਿਹੜੀਆਂ ਰਾਜੇ ਦੋ ਟਾਈਪਸ ਨੇ, ਇੱਕ ਹੈ ਆਪਣੇ ਕੋਲ ਇਨਕਲੂਸਿਵ, ਇੱਕ ਹੈ ਆਪਣੇ ਕੋਲ ਐਕਸਕਲੂਸਿਵ। ਤਾਂ ਦੋਨਾਂ ਨੂੰ ਜਿਹੜਾ ਐਗਜ਼ਾਮਪਲ ਦੀ ਮਦਦ ਨਾਲ ਸਮਝ ਲੈਂਦੇ ਆ। ਟੀਚਰ ਸੀਗੇ ਸਾਡੇ ਕੋਲ ਜਿਹੜੇ, ਉਹਨਾਂ ਨੇ ਮੈਥਮੈਟਿਕਸ ਦੇ ਉਹਨਾਂ ਨੇ ਕੀ ਕੀਤਾ ਰਾਜੇ, 50 ਮਾਰਕਸ ਦਾ ਪੇਪਰ ਲਿੱਤਾ। ਇੱਕ ਟੀਚਰ ਜਿਹੜੇ ਨੇ ਉਹ 10th A ਨੂੰ ਪੜ੍ਹਾਉਂਦੇ ਨੇ, ਦੂਸਰੇ ਟੀਚਰ ਨੇ ਜਿਹੜੇ 10th B ਨੂੰ ਪੜ੍ਹਾਉਂਦੇ ਨੇ। ਜਿਹੜੀ 10th A ਕਲਾਸ ਹੈ ਉਹਨਾਂ ਦੇ ਟੀਚਰ ਨੇ ਜਿਹੜੀ ਉਹਨਾਂ ਦੀ ਮਾਰਕਸ ਡਿਸਟ੍ਰੀਬਿਊਸ਼ਨ ਆ, ਨੰਬਰਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਆ, ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ, ਉਸ ਨੂੰ ਕੁਝ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਇਨ ਦਾ ਫਾਰਮ ਆਫ ਗਰੁੱਪ। ਤਾਂ ਜਿਹੜੀ ਕਲਾਸ 10th B ਦੇ ਟੀਚਰ ਨੇ ਉਹਨਾਂ ਨੇ ਜਿਹੜਾ ਉਹਨਾਂ ਦੀ ਮਾਰਕਸ ਦੀ ਜਿਹੜੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਆ ਉਸ ਨੂੰ ਕੁਝ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ। ਇਹ ਆਪਣੇ ਕੋਲ ਸਪੋਜ਼ ਟੇਬਲ 2 ਹੈ, ਇਹ ਆਪਣੇ ਕੋਲ ਸਪੋਜ਼ ਟੇਬਲ 1 ਹੈ। ਤਾਂ ਟੇਬਲ 1 ਜਿਹੜਾ ਹੈ ਉਹ ਕਲਾਸ 10th A ਦੇ ਟੀਚਰ ਨੇ ਬਣਾਇਆ, ਤੇ ਟੇਬਲ 2 ਹੈ ਜਿਹੜਾ ਕਲਾਸ 10th B ਦੇ ਟੀਚਰ ਨੇ ਡਿਸਟ੍ਰੀਬਿਊਸ਼ਨ ਬਣਾਈ ਹੈ। ਹੁਣ ਜਿਹੜੀ ਕਲਾਸ 10th A ਹੈ ਉਸ ਦੇ ਜਿਹੜੇ ਟੀਚਰਸ ਨੇ ਉਹਨਾਂ ਨੇ ਬਣਾਈ ਜਿਹੜੀ ਡਿਸਟ੍ਰੀਬਿਊਸ਼ਨ, ਮਾਰਕਸ ਡਿਸਟ੍ਰੀਬਿਊਸ਼ਨ ਬਣਾਈ ਹੈ ਜੇ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਯੂਜ਼ ਕੀਤਾ ਇਨਕਲੂਸਿਵ ਗਰੁੱਪਡ ਸੀਰੀਜ਼ ਨੂੰ। ਜਿਹੜੀ ਇਨਕਲੂਸਿਵ ਗਰੁੱਪਡ ਸੀਰੀਜ਼ ਹੁੰਦੀ ਹੈ ਰਾਜੇ, ਉਸ ਸੀਰੀਜ਼ ਦੇ ਵਿੱਚ ਕਲਾਸ ਇੰਟਰਵਲ ਦੀ ਲੋਅਰ ਲਿਮਟ ਤੇ ਅੱਪਰ ਲਿਮਟ ਦੋਨਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ। ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੀ ਆਪਣੇ ਕੋਲ ਫਸਟ ਇੰਟਰਵਲ ਸਾਨੂੰ ਨਜ਼ਰ ਆ ਰਿਹਾ ਹੈ 0 to 9, ਜਿਹੜਾ ਇਹ ਫਸਟ ਇੰਟਰਵਲ ਸਾਨੂੰ ਨਜ਼ਰ ਆ ਰਿਹਾ ਹੈ, ਇਸ ਇੰਟਰਵਲ ਦੇ ਜਿਹੜੀ ਫ੍ਰੀਕੁਐਂਸੀ 5 ਹੈ, ਇਸ 5 ਫ੍ਰੀਕੁਐਂਸੀ ਦਾ ਇਹ ਮਤਲਬ ਹੈ ਵੀ 0 ਕਿਸੇ ਬੱਚੇ ਦੇ ਨੰਬਰ ਨੇ ਉਹ ਵੀ ਇਸ ਇੰਟਰਵਲ ਦੇ ਵਿੱਚ ਇਸ 5 ਨੰਬਰਾਂ ਦੇ ਵਿੱਚ ਸ਼ਾਮਿਲ ਹੈ, ਜਿਸ ਬੱਚੇ ਦੇ 9 ਨੰਬਰ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈ। ਤਾਂ ਇਹ ਆਪਣੇ ਕੋਲ ਇਨਕਲੂਸਿਵ ਸੀਰੀਜ਼ ਹੈ। ਇਨਕਲੂਸਿਵ ਸੀਰੀਜ਼ ਜਿਹੜੀ ਅਸੀਂ ਟੇਬਲ 1 ਦੇ ਵਿੱਚ ਰਿਪਰੈਜ਼ੈਂਟ ਕੀਤੀ ਹੋਈ ਹੈ 10th A ਦੇ ਬੱਚਿਆਂ ਵਾਸਤੇ ਟੀਚਰ ਨੇ। ਇਸ ਸੀਰੀਜ਼ ਦੇ ਵਿੱਚ 0 ਨੂੰ ਵੀ ਇਨਕਲੂਡ ਕੀਤਾ ਗਿਆ, ਇਸ ਸੀਰੀਜ਼ ਦੇ ਵਿੱਚ 9 ਨੰਬਰ ਵਾਲੇ ਬੱਚੇ ਨੂੰ ਵੀ ਇਨਕਲੂਡ ਕੀਤਾ ਗਿਆ। ਤਾਂ 5 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ 0 ਤੋਂ ਲੈ ਕੇ 9 ਤੱਕ ਨੰਬਰ ਆਏ ਨੇ। ਨੈਕਸਟ ਗੱਲ ਕਰੀਏ ਰਾਜੇ ਕਿ ਅਸੀਂ 10 ਤੋਂ ਲੈ ਕੇ 19 ਤੱਕ ਵਾਲੀ ਜਿਹੜੀ ਆ ਸਾਡੇ ਕੋਲ ਕਲਾਸ ਇੰਟਰਵਲ ਹੈ। ਇਸ ਕਲਾਸ ਇੰਟਰਵਲ ਦੇ ਵਿੱਚ 4 ਜਿਹੜੇ ਬੱਚੇ ਨੇ, ਨੰਬਰ ਆਫ ਸਟੂਡੈਂਟਸ ਕਹਿ ਲਈਏ ਜਾਂ ਫ੍ਰੀਕੁਐਂਸੀ ਕਹਿ ਲਈਏ ਕਿ ਸਾਡੇ ਕੋਲ 4 ਨੇ, ਤਾਂ ਇਹ 4 ਬੱਚੇ ਉਹ ਨੇ ਜਿਨ੍ਹਾਂ ਦੇ ਨੰਬਰ ਹੋ ਸਕਦਾ 10 ਹੋਣ, 11 ਹੋਣ, 12 ਹੋਣ, 13 ਹੋਣ, ਕਿਸੇ ਦੇ 14 ਹੋਣ, ਕਿਸੇ ਦੇ 15, ਕਿਸੇ ਦੇ 16 ਵੀ ਹੋ ਸਕਦੇ, 17, 18 ਤੇ 19। ਤਾਂ ਕਹਿਣ ਦਾ ਮਤਲਬ ਲੋਅਰ ਲਿਮਟ ਤੇ ਅੱਪਰ ਲਿਮਟ ਦੋਨਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ ਇਸ ਸੀਰੀਜ਼ ਦੇ ਵਿੱਚ, ਇਸੇ ਲਈ ਇਸ ਨੂੰ ਕੀ ਕਿਹਾ ਜਾਂਦਾ ਹੈ, ਇਨਕਲੂਸਿਵ ਸੀਰੀਜ਼ ਕਿਹਾ ਜਾਂਦਾ ਹੈ। ਹੁਣ ਅਗਰ ਅਸੀਂ ਧਿਆਨ ਦਈਏ ਟੇਬਲ 2 1, ਤਾਂ ਟੇਬਲ 2 ਦੇ ਵਿੱਚ ਜਿਹੜਾ ਕਲਾਸ 10th B ਦੇ ਜਿਹੜੇ ਟੀਚਰ ਨੇ, ਮੈਥ ਦੇ ਅਧਿਆਪਕ ਨੇ, ਉਹਨਾਂ ਨੇ ਜਿਹੜਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਬਣਾਈ ਹੈ ਮਾਰਕਸ ਦੀ। ਉਹਨਾਂ ਨੇ ਜਿਹੜੀ ਫਸਟ ਕਲਾਸ ਲਿੱਤੀ ਹੈ, ਇੰਟਰਵਲ ਲਿੱਤੀ ਹੈ, ਉਹ ਹੈਗੀ ਹੈ 0 ਤੋਂ ਲੈ ਕੇ 10 ਤੱਕ। ਜਿਹੜੀ ਇਹ 0 ਤੋਂ ਲੈ ਕੇ 10 ਤੱਕ ਇੰਟਰਵਲ ਦੀ ਫ੍ਰੀਕੁਐਂਸੀ ਹੈ, ਮਤਲਬ 2 ਬੱਚੇ ਇਹਦੇ ਵਿੱਚ ਸ਼ਾਮਿਲ ਨੇ, ਨੰਬਰ ਆਫ ਸਟੂਡੈਂਟਸ ਕਹਿ ਲਓ ਜਾਂ ਫ੍ਰੀਕੁਐਂਸੀ ਕਹਿ ਲਓ। ਤਾਂ 0 ਤੋਂ 10 ਦੀ ਜਿਹੜੀ ਮਾਰਕਸ ਦੀ ਜਿਹੜੀ ਕਲਾਸ ਇੰਟਰਵਲ ਬਣਾਈ ਹੈ ਜੇ, ਇਹਦੇ ਵਿੱਚ ਉਹ ਬੱਚਾ ਸ਼ਾਮਿਲ ਹੈ ਜਿਹਦੇ 0 ਨੰਬਰ ਨੇ, 1 ਹੈ, 2 ਹੈ, 3 ਹੈ, 4 ਹੈ, 5 ਹੈ, 6 ਹੈ, 7 8 ਹੈ ਤੇ 9 ਹੈ, ਲੇਕਿਨ ਉਹ ਬੱਚਾ ਸ਼ਾਮਿਲ ਨਹੀਂ ਹੈ ਜਿਸ ਦੇ 10 ਨੰਬਰ ਹੋਣ। ਤਾਂ ਇਹੋ ਜਿਹੀ ਜਿਹੜੀ ਉਹਨਾਂ ਨੇ ਡਿਸਟ੍ਰੀਬਿਊਸ਼ਨ ਜਿਹੜੀ ਬਣਾਈ ਹੈ। ਸੈਕਿੰਡ ਕਲਾਸ ਜਿਹੜੀ ਸਾਡੇ ਕੋਲ ਉਹ ਹੈਗੀ ਹੈ 10 ਤੋਂ ਲੈ ਕੇ 20 ਤੱਕ ਮਾਰਕਸ ਦੀ ਡਿਸਟ੍ਰੀਬਿਊਸ਼ਨ। ਇਸ ਕਲਾਸ ਦੇ ਵਿੱਚ ਉਹਨਾਂ ਨੇ ਜਿਹੜੇ ਟੀਚਰ ਨੇ ਉਹਨਾਂ ਨੇ ਉਹ ਬੱਚੇ ਰੱਖੇ ਨੇ ਜਿਨ੍ਹਾਂ ਦੇ ਨੰਬਰ 10 ਹੈ, 11 ਹੈ, 12, 13, 14, 15 ਤੋਂ ਲੈ ਕੇ 19 ਤੱਕ ਨੇ, ਲੇਕਿਨ ਜਿਸ ਦੇ 20 ਨੰਬਰ ਨੇ ਉਸ ਨੂੰ ਸ਼ਾਮਿਲ ਨਹੀਂ ਕੀਤਾ। ਰਾਜੇ ਇਸ ਤਰ੍ਹਾਂ ਦੀ ਡਿਸਟ੍ਰੀਬਿਊਸ਼ਨ ਜਿਸ ਦੇ ਵਿੱਚ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਡੈਫੀਨੇਸ਼ਨ ਜਿਹੜੀ ਹੈ ਇਹ ਹੈ ਕਿ ਜੇ ਉਹ ਸੀਰੀਜ਼ ਜਿਸ ਦੇ ਵਿੱਚ ਅੱਪਰ ਲਿਮਟ ਜਿਹੜੀ ਹੋਵੇ ਪਹਿਲੀ ਕਲਾਸ ਦੀ, ਇਹ ਸਾਡੀ ਅੱਪਰ ਲਿਮਟ ਹੁੰਦੀ ਹੈ, ਇਸ ਨੂੰ ਬੋਲਦੇ ਆ ਲੋਅਰ ਲਿਮਟ। 0 ਸਾਡੇ ਕੋਲ ਹੈ ਲੋਅਰ ਲਿਮਟ, 10th ਹੈ 10 ਹੈ ਸਾਡੇ ਕੋਲ ਅੱਪਰ ਲਿਮਟ। ਕਹਿੰਦੇ ਉਹ ਸੀਰੀਜ਼ ਜਿਸ ਦੇ ਵਿੱਚ ਜਿਹੜੀ ਆ ਕਿਸੇ ਕਲਾਸ ਦੀ ਅੱਪਰ ਲਿਮਟ ਉਹ ਲੋਅਰ ਲਿਮਟ ਦਾ ਕੰਮ ਕਰੇ ਅਗਲੀ ਕਲਾਸ ਦੇ ਲਈ। ਜਿਹੜੀ ਫਸਟ ਕਲਾਸ ਹੈ ਉਹਦੇ ਵਿੱਚ ਸਾਡੇ ਕੋਲ ਜਿਹੜਾ 10 ਹੈ ਉਹ ਅੱਪਰ ਲਿਮਟ ਹੈ, ਜਿਹੜੀ ਸੈਕਿੰਡ ਕਲਾਸ ਹੈ ਉਹਦੇ ਵਿੱਚ ਸਾਡੇ ਕੋਲ 10 ਜਿਹੜਾ ਉਹ ਲੋਅਰ ਲਿਮਟ ਬਣ ਜਾਵੇ। ਇੱਕ ਤਾਂ ਇਹਦਾ ਪਛਾਣਨ ਦਾ ਇਹ ਤਰੀਕਾ ਹੈ। ਦੂਸਰਾ ਤਰੀਕਾ ਕੀ ਹੈ ਕਿ ਜਿਹੜਾ ਕਾਮਨ ਪੁਆਇੰਟ ਹੈ ਦੋ ਕਲਾਸਿਸ ਦੇ ਵਿੱਚ, ਜਿਵੇਂ ਫਸਟ ਤੇ ਸੈਕਿੰਡ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਹੈ, ਕਾਮਨ ਪੁਆਇੰਟ ਕੀ ਹੈ 10। ਜਿਹੜਾ 10 ਹੈ ਜਿਹੜਾ ਉਹ ਕਾਊਂਟ ਕੀਤਾ ਜਾਊਗਾ ਹਾਇਰ ਕਲਾਸ ਦੇ ਵਿੱਚ, ਮਤਲਬ ਕਿ 10 ਤੋਂ ਲੈ ਕੇ 20 ਇਸ ਦੇ ਵਿੱਚ ਜਿਹੜਾ ਇਹ 10 ਨੂੰ ਕਾਊਂਟ ਕੀਤਾ ਜਾਏਗਾ, ਇਸ ਦੇ ਵਿੱਚ ਜਿਹੜਾ ਕਾਊਂਟ ਨਹੀਂ ਕੀਤਾ ਜਾਏਗਾ। ਹੁਣ ਅਗਰ ਗੱਲ ਕਰੀਏ ਕਿ 30 ਨੰਬਰ ਜਿਹੜੇ ਨੇ 30 ਮਾਰਕਸ ਕਿਹੜੀ ਕਲਾਸ ਇੰਟਰਵਲ ਦੇ ਵਿੱਚ ਕਾਊਂਟ ਕੀਤੇ ਜਾਣਗੇ, ਤਾਂ ਕਾਊਂਟ ਕੀਤੇ ਜਾਣਗੇ ਇਸ ਕਲਾਸ ਇੰਟਰਵਲ ਦੇ ਵਿੱਚ। ਅਗਰ ਗੱਲ ਕਰੀਏ 50 ਮਾਰਕਸ ਦੀ, ਵੀ 50 ਮਾਰਕਸ ਆਏ ਨੇ ਕਿਸੇ ਬੱਚੇ ਦੇ, 50 ਨੰਬਰ ਆਏ ਨੇ, ਤਾਂ ਉਹ ਕਿਹੜੇ ਕਲਾਸ ਇੰਟਰਵਲ ਦੇ ਵਿੱਚ ਕਾਊਂਟ ਕੀਤਾ ਜਾਊਗਾ, ਉਹ ਕਾਊਂਟ ਕੀਤਾ ਜਾਊਗਾ ਇਸ ਕਲਾਸ ਇੰਟਰਵਲ ਦੀ। ਤਾਂ ਇਸ ਤਰ੍ਹਾਂ ਦੀ ਜਿਹੜੀ ਸੀਰੀਜ਼ ਆ ਉਹਨੂੰ ਬੋਲਦੇ ਆ
ਐਕਸਕਲੂਸਿਵ ਸੀਰੀਜ਼ ਜਿਸ ਦੇ ਵਿੱਚ ਜਿਹੜਾ ਹੈ ਸਿਰਫ ਇੱਕ ਹਿੱਸਾ ਲੋਅਰ ਪਾਰਟ ਹੀ ਜਿਹੜਾ ਕਾਊਂਟ ਕੀਤਾ ਜਾਂਦਾ, ਇਨਕਲੂਡ ਕੀਤਾ ਜਾਂਦਾ, ਦੂਸਰਾ ਜਿਹੜਾ ਅੱਪਰ ਹਿੱਸਾ ਉਹਨੂੰ ਐਕਸਕਲੂਡ ਕਰ ਦਿੱਤਾ ਜਾਂਦਾ, ਬਾਹਰ ਕੱਢ ਦਿੱਤਾ ਜਾਂਦਾ। ਇਸ ਤਰ੍ਹਾਂ ਦੀ ਸੀਰੀਜ਼ ਨੂੰ ਕਿਹਾ ਜਾਂਦਾ ਹੈ ਐਕਸਕਲੂਸਿਵ ਸੀਰੀਜ਼। ਅਸੀਂ ਸਿੱਖਿਆ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਡਾਟਾ ਨੂੰ ਜਿਹੜਾ ਐਕਸਕਲੂਸਿਵ ਸੀਰੀਜ਼ ਤੇ ਇਨਕਲੂਸਿਵ ਸੀਰੀਜ਼ ਦੀ ਫਾਰਮ ਦੇ ਵਿੱਚ ਗਰੁੱਪਡ ਕਰ ਸਕਦੇ ਹਾਂ, ਅਤੇ ਕਿਹੜੀ ਸੀਰੀਜ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਡਾਟਾ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਚਾਹੇ ਇੰਡੀਵਿਜੂਅਲ ਹੋਵੇ, ਡਿਸਕ੍ਰੀਟ ਹੋਵੇ, ਜਾਂ ਫਿਰ ਗਰੁੱਪਡ ਹੋਵੇ, ਜਾਂ ਫਿਰ ਗਰੁੱਪ ਦੀਆਂ ਟਾਈਪਸ ਵੀ ਪੜ੍ਹੀਆਂ। ਹੁਣ ਜੇ ਅਸੀਂ ਡਾਟਾ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਇਹ ਤਾਂ ਸਿੱਖ ਲਿਆ, ਲੇਕਿਨ ਸਾਨੂੰ ਜਿਹੜਾ ਉਹ ਡਾਟਾ ਵੀ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਮਿਲ ਸਕਦਾ ਹੈ। ਡਾਟਾ ਦੀਆਂ ਟਾਈਪਸ ਵੀ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਵੀ ਕਿਹੜਾ ਡਾਟਾ ਜਿਹੜਾ ਉਹਦੇ ਲਈ ਕਿਹੜੀ ਸੀਰੀਜ਼ ਜਿਹੜੀ ਆ ਉਹ ਰਿਪਰੈਜ਼ੈਂਟ ਜਿਹੜੀ ਹੈ ਕਰਨ ਵਾਸਤੇ ਬੈਨੀਫੀਸ਼ੀਅਲ ਰਹੇਗੀ, ਸਾਨੂੰ ਬੈਨੀਫਿਟ ਮਿਲੇਗਾ। ਤਾਂ ਰਾਜੇ ਅਸੀਂ ਡਾਟਾ ਜਿਹੜਾ ਪੜ੍ਹਦੇ ਹਾਂ ਉਹ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਡਾਟਾ ਸਾਡੇ ਕੋਲ ਹੁੰਦਾ ਹੈ ਕੰਟੀਨਿਊਸ ਡਾਟਾ ਹੁੰਦਾ ਹੈ, ਅਤੇ ਦੂਸਰਾ ਸਾਡੇ ਕੋਲ ਹੁੰਦਾ ਰਾਜੇ ਡਿਸਕ੍ਰੀਟ। ਜਿਹੜਾ ਕੰਟੀਨਿਊਸ ਡਾਟਾ ਹੁੰਦਾ ਹੈ, ਕੰਟੀਨਿਊਸ ਡਾਟਾ ਦੇ ਵਿੱਚ ਰਾਜੇ ਜਿਹੜਾ ਹੁੰਦਾ ਹੈ ਉਹ ਗੈਪ ਪੋਸੀਬਲ ਨਹੀਂ ਹੁੰਦਾ, ਉਹਦੇ ਵਿੱਚ ਗੈਪ ਨਹੀਂ ਅਸੀਂ ਕਹਿ ਸਕਦੇ ਵੀ ਆ ਸਕਦਾ ਹੈ। ਕਿਸ ਤਰ੍ਹਾਂ ਉਦਾਹਰਨ ਦਿੰਦਾ ਹੈ, ਫੋਰ ਐਗਜ਼ਾਮਪਲ ਤੁਹਾਨੂੰ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਜਿਹੜੀ ਬੱਚਿਆਂ ਦੀ ਹੁੰਦੀ ਹੈ, ਕਿਸੇ ਦੀ 102 ਸੈਂਟੀਮੀਟਰ, ਕਿਸੇ ਦੀ 102.2 ਸੈਂਟੀਮੀਟਰ, ਕਿਸੇ ਦੀ 102.1 ਸੈਂਟੀਮੀਟਰ, ਅਤੇ ਜਿਹੜੀ ਵੇਟ ਹੈ, ਜੇ ਅਗਰ ਵੇਟ ਦੀ ਵੀ ਗੱਲ ਕਰੀਏ 64.1 64.2 64.3, ਇਸ ਤਰ੍ਹਾਂ ਜਿਹੜਾ ਵੇਟ ਹੈ ਇਸ ਦੇ ਵਿੱਚ ਤੁਹਾਨੂੰ ਗੈਪ ਜਿਹੜਾ ਨਜ਼ਰ ਨਹੀਂ ਆਏਗਾ, ਗੈਪ ਪੋਸੀਬਲ ਨਹੀਂ ਹੈ, ਕਿਉਂਕਿ ਵੇਟ ਜਿਹੜਾ ਉਹ ਕੁਝ ਵੀ ਹੋ ਸਕਦਾ, 64.1 ਕਿਲੋ ਵੀ ਹੋ ਸਕਦਾ, 64.2 ਕਿਲੋ ਵੀ ਹੋ ਸਕਦਾ, 64.3 ਕਿਲੋ ਵੀ, 64.4 ਕਿਲੋ ਵੀ ਜਿਹੜਾ ਹੋ ਸਕਦਾ। ਇਸੇ ਤਰ੍ਹਾਂ ਏਜ ਦੀ ਗੱਲ ਕਰੀਏ, ਇਹ ਅਸੀਂ ਗੱਲ ਕੀਤੀ ਵੇਟ ਦੀ, ਇਹ ਅਸੀਂ ਗੱਲ ਕੀਤੀ ਹਾਈਟ ਦੀ, ਅਤੇ ਏਜ ਦੀ ਵੀ ਗੱਲ ਕਰੀਏ ਤਾਂ ਅਸੀਂ ਕਹਿ ਦਿੰਦੇ ਹੁੰਦੇ ਹਾਂ ਜਿਵੇਂ ਕੋਈ ਬੱਚਾ ਹੈ ਉਹ 2 ਸਾਲ ਦਾ ਹੈ, ਕੋਈ ਬੱਚਾ ਹੈ 2 ਸਾਲ 1 ਦਿਨ ਦਾ ਹੋ ਗਿਆ ਹੈ, ਕੋਈ ਬੱਚਾ 2 ਸਾਲ 2 ਦਿਨ ਦਾ ਹੋ ਗਿਆ ਹੈ। ਤਾਂ ਇਸੇ ਤਰ੍ਹਾਂ ਇਹਦੇ 'ਚ ਜਿਹੜਾ ਕੰਟੀਨਿਊਟੀ ਹੁੰਦੀ ਹੈ ਇਸ ਡਾਟਾ ਦੇ ਵਿੱਚ, ਡਾਟਾ ਜਿਹੜਾ ਕਿਤੇ ਵੀ ਟੁੱਟਦਾ ਨਹੀਂ ਹੈ, ਉਹਦੇ ਵਿੱਚ ਕਿਤੇ ਵੀ ਗੈਪ ਜਾਂ ਬ੍ਰੇਕ ਪੋਸੀਬਲ ਨਹੀਂ ਹੁੰਦੀ, ਇਸ ਲਈ ਇਸ ਡਾਟਾ ਨੂੰ ਕੀ ਕਿਹਾ ਜਾਂਦਾ ਹੈ, ਕੰਟੀਨਿਊਸ ਡਾਟਾ ਕਿਹਾ ਜਾਂਦਾ ਹੈ। ਜਿਵੇਂ ਹਾਈਟ ਹੋ ਗਈ, ਵੇਟ ਹੋ ਗਿਆ, ਏਜ ਹੋ ਗਈ। ਤਾਂ ਰਾਜੇ ਇਸ ਤਰ੍ਹਾਂ ਦੇ ਜਿਹੜਾ ਡਾਟਾ ਨੂੰ ਹੈ ਉਹ ਅਸੀਂ ਕਿਹੜੀ ਸੀਰੀਜ਼ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹਾਂ, ਉਸ ਦੇ ਬਾਰੇ ਗੱਲ ਕਰਦੇ ਹਾਂ। ਤਾਂ ਸਾਨੂੰ ਪਤਾ ਲੱਗ ਗਿਆ ਡਾਟਾ ਦੋ ਤਰ੍ਹਾਂ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੰਟੀਨਿਊਸ ਡਾਟਾ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਸੀਰੀਜ਼ ਦੀ ਫਾਰਮ ਦੇ ਵਿੱਚ, ਅਤੇ ਉਹ ਕਿਹੜੀ ਸੀਰੀਜ਼ ਹੋਣਗੀਆਂ ਜਾਂ ਕਿਹੜੀ ਸੀਰੀਜ਼ ਹੋਵੇਗੀ ਜਿਹਦੇ ਵਿੱਚ ਅਸੀਂ ਉਹਨੂੰ ਰਿਪਰੈਜ਼ੈਂਟ ਕਰਾਂਗੇ। ਤਾਂ ਕੰਟੀਨਿਊਸ ਡਾਟਾ ਸਾਨੂੰ ਪਤਾ ਚੱਲ ਚੁੱਕਿਆ ਹੈ। ਅਸੀਂ ਸਪੋਜ਼ ਇੱਥੇ ਡਾਟਾ ਲਿੱਤਾ ਹਾਈਟ ਦਾ, ਬੱਚਿਆਂ ਦੀ ਹਾਈਟ ਦਾ ਡਾਟਾ ਲਿੱਤਾ, ਬੱਚੇ ਜਿਹੜੇ ਨੇ ਉਹ ਆਪਣੇ ਏਜਡ ਗਰੁੱਪ ਸਪੋਜ਼ ਕੋਈ ਵੀ ਹੋ ਸਕਦਾ ਹੈ, ਤਾਂ ਅਸੀਂ ਉਹਨਾਂ ਦਾ ਜਿਹੜਾ ਡਾਟਾ ਕਲੈਕਟ ਕਰ ਲਿਆ, ਅਤੇ ਅਸੀਂ ਲਿਖ ਦਿੱਤਾ ਫ੍ਰੀਕੁਐਂਸੀ ਅਤੇ ਹਾਈਟ ਨੂੰ ਸੈਂਟੀਮੀਟਰ ਦੇ ਵਿੱਚ। ਇਹ ਆਪਣੇ ਕੋਲ ਫ੍ਰੀਕੁਐਂਸੀ ਹੈ ਵੀ ਕਿੰਨੇ ਬੱਚੇ ਜਿਹੜੇ ਇਸ ਗਰੁੱਪ ਦੇ ਵਿੱਚ ਲਾਈਕ ਕਰਦੇ ਨੇ, ਇਸ ਹਾਈਟ ਸੈਂਟੀਮੀਟਰ ਵਾਲੇ ਗਰੁੱਪ ਦੇ ਵਿੱਚ ਲਾਈਕ ਕਰਦੇ ਨੇ, ਕਿੰਨੇ ਬੱਚੇ ਜਿਹੜੇ ਇਸ ਗਰੁੱਪ ਦੇ ਵਿੱਚ ਲਾਈਕ ਕਰਦੇ ਨੇ, ਇਹ ਅਸੀਂ ਜਿਹੜਾ ਬਣਾ ਲਿੱਤਾ। ਹੁਣ ਸਾਨੂੰ ਪਤਾ ਹੈ ਸੀਰੀਜ਼ ਜਿਹੜੀ ਗਰੁੱਪ ਦੇ ਵਿੱਚ ਬਣਾਈ ਹੈ, ਕਿਉਂਕਿ ਬਹੁਤ ਸਾਰੇ ਬੱਚੇ ਹੋਣਗੇ, ਅਸੀਂ ਡਾਟਾ ਜਿਹੜਾ ਵੱਡੇ ਲੈਵਲ 'ਤੇ ਕਲੈਕਟ ਕੀਤਾ, ਤਾਂ ਜਿਹੜੇ ਬੱਚੇ ਸੀਰੀਜ਼ ਆ ਜਿਹੜੀ ਸਾਨੂੰ ਪਤਾ ਹੈ ਉਹ ਅਸੀਂ ਗਰੁੱਪਡ ਸੀਰੀਜ਼ ਚੂਜ਼ ਕੀਤੀ। ਅਤੇ ਅਸੀਂ ਇਹ ਵੀ ਪੜ੍ਹਿਆ ਕਿ ਗਰੁੱਪ ਸੀਰੀਜ਼ ਦੋ ਤਰ੍ਹਾਂ ਦੀ ਹੁੰਦੀ ਹੈ, ਇਨਕਲੂਸਿਵ ਅਤੇ ਐਕਸਕਲੂਸਿਵ। ਹੁਣ ਜਿਹੜਾ ਅਸੀਂ ਡਾਟਾ ਹੈ ਕੰਟੀਨਿਊਸ ਡਾਟਾ ਹਾਈਟ ਦਾ ਜਿਹੜਾ ਡਾਟਾ ਅਸੀਂ ਕਲੈਕਟ ਕੀਤਾ ਹੈ, ਉਹਨੂੰ ਅਸੀਂ ਜਿਹੜਾ ਰਾਜੇ ਪਹਿਲਾਂ ਦੇਖਦੇ ਹਾਂ ਵੀ ਐਕਸਕਲੂਸਿਵ ਸੀਰੀਜ਼ ਦੇ ਵਿੱਚ ਅਤੇ ਇਨਕਲੂਸਿਵ ਸੀਰੀਜ਼ ਦੇ ਵਿੱਚ ਕਿਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ, ਅਤੇ ਕੀ ਅਸੀਂ ਉਹਨੂੰ ਲਿਖ ਵੀ ਸਕਦੇ ਹਾਂ, ਇਹ ਵੀ ਦੇਖਣਾ ਹੈ। ਹੁਣ ਦੇਖਿਓ ਗੱਲ ਕਰੀਏ ਸਭ ਤੋਂ ਪਹਿਲਾਂ ਟੇਬਲ 1 ਦੀ। ਟੇਬਲ 1 ਦੇ ਵਿੱਚ ਜਿਹੜੀ ਮੈਂ ਸੀਰੀਜ਼ ਲਿੱਤੀ ਆ ਉਹ ਇਨਕਲੂਸਿਵ ਸੀਰੀਜ਼ ਲਿੱਤੀ ਹੈ। ਕਹਿਣ ਦਾ ਮਤਲਬ ਹੈ ਜਿਹੜੀ ਸਾਡੀ ਫਸਟ ਕਲਾਸ ਹੈ ਜਾਂ ਫਸਟ ਇੰਟਰਵਲ ਆ ਉਹਦੇ ਵਿੱਚ ਅਸੀਂ ਅੱਪਰ ਅਤੇ ਲੋਅਰ ਲਿਮਿਟ ਦੋਨਾਂ ਨੂੰ ਇਨਕਲੂਡ ਕਰਕੇ ਚੱਲਾਂਗੇ। ਮਤਲਬ ਇਹ 6 ਬੱਚੇ ਉਹ ਨੇ ਜਿਨ੍ਹਾਂ ਵਿੱਚ ਕਿਸੇ ਬੱਚੇ ਦੀ ਹਾਈਟ 100 ਵੀ ਹੋ ਸਕਦੀ ਹੈ, ਕਿਸੇ ਬੱਚੇ ਦੀ ਹਾਈਟ 109 ਵੀ ਹੋ ਸਕਦੀ ਹੈ, ਅਤੇ ਹੋ ਸਕਦਾ ਕਿਸੇ ਬੱਚੇ ਦੀ ਹਾਈਟ ਜਿਹੜੀ ਆ 100 ਵੀ ਨਾ ਹੋਵੇ, 109 ਵੀ ਨਾ ਹੋਵੇ। ਤਾਂ 6 ਬੱਚੇ ਉਹ ਨੇ ਸਾਡੇ ਕੋਲ ਇੱਥੇ। ਅਤੇ ਜਿਹੜੀ ਆਪਣੇ ਕੋਲ ਟੇਬਲ 2 ਹੈ ਇਹਦੇ ਵਿੱਚ ਮੈਂ ਐਕਸਕਲੂਸਿਵ ਸੀਰੀਜ਼ ਲਿੱਤੀ ਹੈ। ਐਕਸਕਲੂਸਿਵ ਸੀਰੀਜ਼ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਸਾਡੇ ਕੋਲ ਆਹ ਲੋਅਰ ਹੁੰਦਾ ਹੈ ਪੁਆਇੰਟ, ਲੋਅਰ ਸਾਡੇ ਕੋਲ ਲਿਮਿਟ ਹੁੰਦੀ ਹੈ, ਇਹਨੂੰ ਅਸੀਂ ਇਨਕਲੂਡ ਕਰਦੇ ਹਾਂ, ਅਤੇ ਬਾਕੀ ਜਿਹੜੀ ਆਪਣੇ ਕੋਲ ਹਾਇਰ ਜਾਂ ਫਿਰ ਅੱਪਰ ਲਿਮਿਟ ਹੁੰਦੀ ਹੈ ਇਹਨੂੰ ਅਸੀਂ ਇਨਕਲੂਡ ਨਹੀਂ ਕਰਦੇ, ਇਹਨੂੰ ਐਕਸਕਲੂਡ ਕਰਦੇ ਹਾਂ। ਅਤੇ ਦੋਨੇ ਲਿਮਿਟ ਬਾਰੇ ਅਸੀਂ ਆਲਰੇਡੀ ਡਿਸਕਸ ਕੀਤਾ। ਇੱਕ ਇੱਕ ਕਰਕੇ ਅਸੀਂ ਜਿਹੜਾ ਡਾਟਾ ਦੇਖਦੇ ਹਾਂ ਵੀ ਅਸੀਂ ਰਿਪਰੈਜ਼ੈਂਟ ਕਰ ਪਾਉਂਦੇ ਹਾਂ ਕੰਟੀਨਿਊਸ, ਇਨਕਲੂਸਿਵ, ਐਕਸਕਲੂਸਿਵ ਦੋਨਾਂ ਦੇ ਵਿੱਚ ਜਾਂ ਨਹੀਂ। ਹੁਣ ਰਾਜੇ ਸਪੋਜ਼ ਜਿਹੜਾ ਹੈ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਇੱਕ ਬੱਚਾ ਹੈ ਜਿਸ ਦੀ ਹਾਈਟ ਤੁਹਾਡੇ ਕੋਲ ਦੇ ਰੱਖੀ ਹੈ 102.4 ਸੈਂਟੀਮੀਟਰ, ਤਾਂ ਤੁਸੀਂ ਕਹੋਗੇ ਵੀ ਕਿਹੜੀ ਕਲਾਸ ਇੰਟਰਵਲ ਦੇ ਵਿੱਚ ਲਾਈਕ ਕਰਦਾ, ਕਿਹੜੇ ਜਿਹੜੀ ਇਹ 'ਚ ਬੱਚਿਆਂ ਦੇ ਵਿੱਚ ਫ੍ਰੀਕੁਐਂਸੀ ਦੇ ਵਿੱਚ ਉਹ ਜਿਹੜਾ ਲਾਈਕ ਕਰਦਾ।
ਤਾਂ ਅਸੀਂ ਦੇਖਿਆ ਵੀ 100 ਤੋਂ ਲੈ ਕੇ 109 ਤੀਕਰ ਜਿਹੜਾ ਫਸਟ ਕਲਾਸ ਇੰਟਰਵਲ ਹੈ ਇਹਦੇ ਵਿੱਚ 102.4 ਜਿਹੜਾ ਉਹ ਵੀ ਆ ਜਾਊਗਾ। ਅਸੀਂ ਕਹਾਂਗੇ ਵੀ ਤੁਹਾਡਾ ਬੱਚਾ ਜਿਹੜਾ ਉਹ ਫਸਟ ਕਲਾਸ ਇੰਟਰਵਲ ਦੇ ਵਿੱਚ ਜਿਹੜਾ ਲਾਈਕ ਕਰ ਰਿਹਾ ਹੈਗਾ। ਪਰ ਹੁਣ ਇੱਕ ਮਾਂ-ਬਾਪ ਹੈ ਉਹ ਕਹਿੰਦੇ ਜੀ ਸਾਡੇ ਬੱਚੇ ਦੀ ਹਾਈਟ ਜਿਹੜੀ ਆ ਉਹ 109.1 ਸੈਂਟੀਮੀਟਰ ਹੈ। ਦੱਸੋ ਜੀ ਸਾਡਾ ਬੱਚਾ ਕਿਹੜੇ ਕਲਾਸ ਇੰਟਰਵਲ ਦੇ ਵਿੱਚ ਲਾਈਕ ਕਰਦਾ। ਅਸੀਂ ਟੇਬਲ 1 ਨੂੰ ਧਿਆਨ 'ਚ ਦੇ ਰਹੇ ਹਾਂ, ਇਨਕਲੂਸਿਵ ਸੀਰੀਜ਼ ਦੇ ਵਿੱਚ ਗੱਲ ਕਰ ਰਹੇ ਹਾਂ ਕੰਟੀਨਿਊਸ ਡਾਟਾ ਨੂੰ ਰਿਪਰੈਜ਼ੈਂਟ ਕਰਨ ਲਈ। ਇੱਥੇ ਹਾਈਟ ਵੀ ਹੋ ਸਕਦੀ ਹੈ, ਏਜ ਵੀ ਹੋ ਸਕਦੀ ਹੈ, ਵੇਟ ਵੀ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਦੇ ਡਾਟਾ ਜਿਸ ਦੇ ਵਿੱਚ ਕੰਟੀਨਿਊਟੀ ਹੋਵੇ, ਠੀਕ ਹੈ ਜੀ, ਡਾਟਾ ਕੰਟੀਨਿਊਸ ਹੋਣਾ ਚਾਹੀਦਾ ਹੈ। ਤਾਂ ਅਸੀਂ ਗੱਲ ਕੀਤੀ 109.1 ਸੈਂਟੀਮੀਟਰ ਵਾਲਾ ਬੱਚਾ ਹੁਣ ਕਿੱਥੇ ਲਾਈ ਕਰੇਗਾ, ਫਸਟ ਕਲਾਸ ਇੰਟਰਵਲ 'ਚ, ਸੈਕਿੰਡ ਕਲਾਸ ਇੰਟਰਵਲ 'ਚ, ਥਰਡ ਕਿਹੜੇ ਕਲਾਸ ਇੰਟਰਵਲ ਦੇ ਵਿੱਚ ਲਾਈ ਕਰੇਗਾ। ਤਾਂ ਅਸੀਂ ਜਦੋਂ ਇਨਕਲੂਸਿਵ ਸੀਰੀਜ਼ ਨੂੰ ਦੇਖਿਆ ਤਾਂ ਇਨਕਲੂਸਿਵ ਸੀਰੀਜ਼ ਦੇ ਵਿੱਚ ਰਜੇ ਅਸੀਂ ਦੇਖਿਆ ਵੀ 109 ਤੋਂ ਬਾਅਦ ਸਿੱਧਾ 110 ਆ ਗਿਆ। ਨਾ ਹੀ ਤਾਂ ਇੱਥੇ 109.1 ਆਇਆ, ਨਾ ਹੀ ਤਾਂ 109.2 ਆਇਆ, ਨਾ ਹੀ 109.3 ਆਇਆ ਅਤੇ ਨਾ ਹੀ 109.4 ਜਿਹੜਾ ਸਾਨੂੰ ਦੇਖਣ ਨੂੰ ਮਿਲਦਾ। 109 ਤੋਂ ਬਾਅਦ ਸਿੱਧਾ 110 ਜਿਹੜਾ ਆਪਣੇ ਕੋਲ ਕਲਾਸ ਸ਼ੁਰੂ ਹੋ ਜਾਂਦੀ ਹੈ। ਇੱਥੇ ਰਜੇ ਇਹ ਪ੍ਰੋਬਲਮ ਆ ਗਈ ਕੰਟੀਨਿਊਸ ਡਾਟਾ ਨੂੰ ਰਿਪਰੈਜ਼ੈਂਟ ਕਰਨ ਵੇਲੇ ਇਨਕਲੂਸਿਵ ਸੀਰੀਜ਼ 'ਚ। ਤਾਂ ਇਸ ਲਈ ਅਸੀਂ ਜਿਹੜਾ ਕੰਟੀਨਿਊਸ ਡਾਟਾ ਉਹਨੂੰ ਇਨਕਲੂਸਿਵ ਸੀਰੀਜ਼ ਦੇ ਵਿੱਚ ਜਿਹੜਾ ਰਿਪਰੈਜ਼ੈਂਟ ਨਹੀਂ ਕਰ ਪਾਉਂਦੇ। ਇਸ ਲਈ ਜਿਹੜਾ ਇਨਕਲੂਸਿਵ ਸੀਰੀਜ਼ ਦੇ ਵਿੱਚ ਅਸੀਂ ਕੰਟੀਨਿਊਸ ਡਾਟਾ ਨੂੰ ਜਿਹੜਾ ਰਿਪਰੈਜ਼ੈਂਟ ਨਹੀਂ ਕਰਕੇ ਚੱਲਦੇ। ਹੁਣ ਗੱਲ ਕਰੀਏ ਆਪਾਂ ਟੇਬਲ 2 ਵੱਲ ਆ ਜਾਈਏ। ਟੇਬਲ 2 ਦੇ ਵਿੱਚ ਅਸੀਂ ਕਿਹੜਾ ਸੀਰੀਜ਼ ਲਿੱਤੀ ਹੋਈ ਹੈ, ਉਹ ਲਿੱਤੀ ਹੋਈ ਹੈ ਐਕਸਕਲੂਸਿਵ ਸੀਰੀਜ਼। ਐਕਸਕਲੂਸਿਵ ਸੀਰੀਜ਼ ਦੇ ਵਿੱਚ ਸਾਨੂੰ ਆਲਰੇਡੀ ਪਤਾ ਹੈ ਕਿ ਜਿਹੜਾ ਲੋਅਰ ਲਿਮਿਟ ਹੁੰਦੀ ਹੈ ਜਾਂ ਲੋਅਰ ਪਾਰਟ ਹੁੰਦਾ ਉਹ ਆਪਾਂ ਇਨਕਲੂਡ ਕਰਕੇ ਚੱਲਦੇ ਹਾਂ, ਹਾਇਰ ਪਾਰਟ ਜਿਹੜਾ ਹੁੰਦਾ ਲਿਮਿਟ ਦਾ ਉਹ ਆਪਾਂ ਕੀ ਕਰਦੇ ਹਾਂ ਐਕਸਕਲੂਡ ਬਾਹਰ ਕੱਢ ਕੇ ਚੱਲਦੇ ਹਾਂ। ਕਹਿਣ ਦਾ ਮਤਲਬ ਜੇ ਤੁਹਾਨੂੰ ਕੋਈ ਪੁੱਛੇ ਵੀ ਜਿਹੜੀ 110 ਸੈਂਟੀਮੀਟਰ ਹਾਈਟ ਹੈ ਕਿਸੇ ਬੱਚੇ ਦੀ ਤਾਂ ਉਹ ਕਿਹੜੇ ਕਲਾਸ ਇੰਟਰਵਲ ਦੇ ਵਿੱਚ ਲਾਈ ਕਰੇਗਾ, ਤਾਂ ਅਸੀਂ ਕਹਾਂਗੇ ਉਹ ਸੈਕਿੰਡ ਕਲਾਸ ਇੰਟਰਵਲ ਦੇ ਵਿੱਚ ਲਾਈ ਕਰੇਗਾ ਜਿਹਦੀ ਹਾਈਟ 110 ਸੈਂਟੀਮੀਟਰ ਹੈ। ਹੁਣ ਲੇਕਿਨ ਸਾਡੀ ਜਿਹੜੀ ਸਮੱਸਿਆ ਸੀਗੀ ਇਨਕਲੂਸਿਵ ਸੀਰੀਜ਼ ਦੇ ਨਾਲ ਕੰਟੀਨਿਊਸ ਡਾਟਾ ਦੀ ਕਿ ਉਹ ਐਕਸਕਲੂਸਿਵ ਸੀਰੀਜ਼ ਜਿਹੜੀ ਹੱਲ ਕਰ ਪਾਈ ਜਾਂ ਨਹੀਂ, ਇਹ ਦੇਖਦੇ ਹਾਂ। ਹੁਣ ਸਾਨੂੰ ਕਹਿ ਦਿੱਤਾ ਜਾਵੇ ਕਿ ਰਜੇ 109.2 ਸੈਂਟੀਮੀਟਰ ਹਾਈਟ ਹੈ ਬੱਚੇ ਦੀ, ਤਾਂ ਦੱਸੋ ਜੀ ਕਿਹੜੀ ਸੀਰੀਜ਼ ਦੇ ਵਿੱਚ ਜਿਹੜਾ ਇਹ ਸਾਡਾ ਬੱਚਾ ਬੈਠੂਗਾ, ਕਿਹੜੀ ਸੀਰੀਜ਼ 'ਚ ਇਹ ਲਾਈਕ ਕਰੇਗਾ। ਤਾਂ ਅਸੀਂ ਦੇਖਿਆ ਵੀ ਜਿਹੜੀ ਸਾਡੇ ਕੋਲ ਫਸਟ ਕਲਾਸ ਇੰਟਰਵਲ ਹੈ ਇਹਦੇ ਵਿੱਚ ਜਿਹਦੀ ਬੱਚੇ ਦੀ ਹਾਈਟ 100 ਹੈ, ਜਿਹਦੀ ਬੱਚੇ ਦੀ ਹਾਈਟ 100.1 ਹੈ, 100.2 ਹੈ, 101 ਹੈ, ਚਾਹੇ 102.2 ਹੈ, ਚਾਹੇ 103.3 ਹੈ, ਐਂ ਕਰਦੇ ਕਰਦੇ 109.1 ਵੀ ਹੋ ਜੂ, 109.2 ਵੀ ਹੋ ਜੂ, 109.9 ਤੱਕ ਚਲਾ ਜਾਊ, ਲੇਕਿਨ 110 ਜਿਹੜਾ ਉਹ ਨਹੀਂ ਆਊਗਾ ਕਿਉਂਕਿ ਅਸੀਂ ਕਿਹਾ ਸੀਗਾ ਕਿ ਜਿਹੜੀ ਹਾਇਰ ਲਿਮਿਟ ਆ ਉਹਨੂੰ ਅਸੀਂ ਐਡ ਨਹੀਂ ਕਰਦੇ, ਅਸੀਂ ਸਿਰਫ ਲੋਅਰ ਜਿਹੜੀ ਲਿਮਿਟ ਆ ਉਸ ਨੂੰ ਇਨਕਲੂਡ ਕਰਦੇ ਹਾਂ। ਠੀਕ ਹੈ ਜੀ। ਤਾਂ ਆਪਣੀ ਜਿਹੜੀ 109.2 ਸੈਂਟੀਮੀਟਰ ਹਾਈਟ ਜਿਹੜੀ ਪੁੱਛੀ ਸੀ ਉਹ ਕਿੱਥੇ ਲਾਈ ਕਰੇਗੀ, ਉਹ ਲਾਈ ਕਰੇਗੀ ਰਜੇ ਫਸਟ ਕਲਾਸ ਇੰਟਰਵਲ ਦੇ ਵਿੱਚ। ਹੁਣ ਜੇ ਗੱਲ ਕਰੀਏ ਆਪਾਂ 110.3 ਸੈਂਟੀਮੀਟਰ ਬੱਚੇ ਦੀ ਹਾਈਟ ਆ ਤਾਂ ਕਿਹੜੀ ਕਲਾਸ ਇੰਟਰਵਲ ਦੇ ਵਿੱਚ ਲਾਈ ਕਰੇਗਾ, ਕਿੱਥੇ ਕਿਹੜੀ ਫ੍ਰੀਕੁਐਂਸੀ ਦੇ ਵਿੱਚ ਉਹਨੂੰ ਜੋੜਿਆ ਗਿਆ, ਕਾਊਂਟ ਕੀਤਾ ਗਿਆ। ਤਾਂ ਅਸੀਂ ਕਹਾਂਗੇ 110.3 ਜਿਹੜਾ ਉਹ ਬੱਚਾ ਜਿਹੜਾ ਉਹ ਇਸ ਕਲਾਸ ਇੰਟਰਵਲ ਦੇ ਵਿੱਚ ਜਿਹੜਾ ਲਾਈ ਕਰੇਗਾ ਸੈਕਿੰਡ ਕਲਾਸ ਇੰਟਰਵਲ ਦੇ ਵਿੱਚ। ਤਾਂ ਇਸੇ ਲਈ ਜਿਹੜਾ ਰਜੇ ਕੰਟੀਨਿਊਸ ਡਾਟਾ ਜਦੋਂ ਅਸੀਂ ਰਿਪਰੈਜ਼ੈਂਟ ਕਰਨਾ ਹੈ ਤਾਂ ਉਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਐਕਸਕਲੂਸਿਵ ਸੀਰੀਜ਼ ਦੇ ਵਿੱਚ, ਇਨਕਲੂਸਿਵ ਸੀਰੀਜ਼ ਦੇ ਵਿੱਚ ਕੰਟੀਨਿਊਸ ਡਾਟਾ ਜਿਹੜਾ ਰਿਪਰੈਜ਼ੈਂਟ ਨਹੀਂ ਕਰਦੇ। ਹੁਣ ਗੱਲ ਕਰੀਏ ਤਾਂ ਸੈਕਿੰਡ ਜਿਹੜਾ ਸਾਡੇ ਕੋਲ ਟਾਈਪ ਹੈ ਡਾਟਾ ਦੀ ਉਹ ਹੈ ਡਿਸਕਰੀਟ ਡਾਟਾ। ਤਾਂ ਡਿਸਕਰੀਟ ਡਾਟਾ ਦੇ ਵਿੱਚ ਸ਼ਾਮਿਲ ਹੈ ਰਾਜੇ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਮਾਰਕਸ ਦੀ ਕਿ ਕਿੰਨੇ ਮਾਰਕਸ ਨੇ, ਨੰਬਰ ਆਫ ਸਟੂਡੈਂਟਸ ਦੀ ਕਿ ਕਿੰਨੇ ਨੰਬਰ ਆਫ ਸਟੂਡੈਂਟਸ ਨੇ। ਅਸੀਂ ਅਗਰ ਗੱਲ ਕਰੀਏ ਨੰਬਰ ਆਫ ਬਾਲਸ ਦੀ, ਕ੍ਰਿਕਟ ਦੀ ਗੱਲ ਕਰੀਏ ਤਾਂ ਕਿੰਨੀਆਂ ਗੇਂਦਾਂ ਹੁੰਦੀਆਂ ਨੇ, 1 ਓਵਰ 'ਚ 6 ਹੁੰਦੀਆਂ ਨੇ, 2 ਓਵਰ 'ਚ 12 ਹੁੰਦੀਆਂ ਨੇ, ਪਹਿਲੀ 10 ਓਵਰਾਂ 'ਚ 60 ਗੇਂਦਾਂ ਹੁੰਦੀਆਂ ਨੇ। ਤਾਂ ਕਿਸ ਤਰ੍ਹਾਂ ਪਹਿਲੀਆਂ 10 ਗੇਂਦਾਂ 'ਚ ਕਿੰਨੇ ਸਕੋਰ ਸੀ, ਅਗਲੀਆਂ 10 ਗੇਂਦਾਂ 'ਚ ਕਿੰਨੇ ਸਕੋਰ ਸੀ। ਤਾਂ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਦੇ ਡਾਟਾ ਨੂੰ ਰਿਪਰੈਜ਼ੈਂਟ ਕਰਨਾ ਹੋਵੇ ਐਕਸਕਲੂਸਿਵ ਤੇ ਇਨਕਲੂਸਿਵ ਸੀਰੀਜ਼ ਦੇ ਵਿੱਚ ਕੀ ਅਸੀਂ ਡਿਸਕਰੀਟ ਡਾਟਾ ਨੂੰ ਜਿਹੜਾ ਹੈ ਉਹ ਰਿਪਰੈਜ਼ੈਂਟ ਕਰ ਪਾਵਾਂਗੇ। ਅਸੀਂ ਦੇਖਿਆ ਵੀ ਜਿਹੜਾ ਸਾਡੇ ਕੋਲ ਫਸਟ ਕੰਟੀਨਿਊਸ ਡਾਟਾ ਸੀ ਅਸੀਂ ਕਿਹਾ ਵੀ ਉਹਨੂੰ ਇਨਕਲੂਸਿਵ ਸੀਰੀਜ਼ ਦੇ ਵਿੱਚ ਤਾਂ ਅਸੀਂ ਰਿਪਰੈਜ਼ੈਂਟ ਨਹੀਂ ਕਰ ਪਾਏ ਅਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਰਿਪਰੈਜ਼ੈਂਟ ਕਰ ਪਾਏ ਐਕਸਕਲੂਸਿਵ ਸੀਰੀਜ਼। ਇਸ 'ਚ ਦੇਖਦੇ ਹਾਂ ਡਿਸਕਰੀਟ ਡਾਟਾ ਦੇ ਵਿੱਚ ਕੀ ਅਸੀਂ ਇਹਨੂੰ ਇਨਕਲੂਸਿਵ ਐਕਸਕਲੂਸਿਵ ਦੋਨਾਂ 'ਚ ਰਿਪਰੈਜ਼ੈਂਟ ਕਰ ਪਾਵਾਂਗੇ ਜਾਂ ਫਿਰ ਨਹੀਂ। ਅਗਰ ਗੱਲ ਕਰੀਏ ਰਾਜੇ ਸਭ ਤੋਂ ਪਹਿਲਾਂ ਟੇਬਲ 1 ਦੀ ਜੋ ਕਿ ਸਾਡੇ ਕੋਲ ਹੈ ਐਕਸਕਲੂਸਿਵ ਸੀਰੀਜ਼, ਜਿਸ 'ਚ ਤੁਹਾਡੇ PSTET ਦੇ ਮਾਰਕਸ ਜਿਹੜੇ ਆ ਉਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ ਅਤੇ ਨੰਬਰ ਆਫ ਸਟੂਡੈਂਟਸ ਜਿਹੜੀ ਹੈ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦੇ ਰੱਖੀ ਹੈ ਸਾਨੂੰ। ਅਤੇ ਅਗਰ ਤੁਹਾਡੇ ਕੋਲ ਕੋਈ ਬੱਚਾ ਕਹੇ ਕਿ ਸਰ ਮੈਂ ਜਿਹੜਾ ਹੈ ਉਹ ਮੇਰੇ ਨੰਬਰ ਬਣਦੇ ਨੇ 112 ਨੰਬਰ, ਤਾਂ ਮੈਨੂੰ ਕਿਹੜੇ ਕਲਾਸ ਦੇ ਵਿੱਚ ਡਿਸਟਰੀਬਿਊਟ ਜਿਹੜਾ ਤੁਸੀਂ
ਕੀਤਾ ਹੋਇਆ ਟੇਬਲ 1 ਦੀ ਮਦਦ ਦੇ ਨਾਲ ਮੈਨੂੰ ਜਿਹੜਾ ਦੱਸੋ। ਤਾਂ ਰਾਜੇ ਸਾਨੂੰ ਪਤਾ 112 ਜਿਹੜਾ ਨੰਬਰ ਆਉਂਦਾ ਹੈ ਉਹ ਆਪਣੇ ਕੋਲ ਆਉਂਦਾ ਹੈ ਸੈਕਿੰਡ ਕਲਾਸ ਦੇ ਵਿੱਚ। ਤਾਂ ਅਸੀਂ ਕਹਾਂਗੇ ਭਾਈ ਜਿਹੜੇ ਆ 15 ਬੱਚੇ ਨੇ, ਇਹਨਾਂ 15 ਵਿੱਚੋਂ ਤੂੰ ਵੀ ਇੱਕ ਹੈਗਾ ਜਿਹਦੇ 112 ਨੰਬਰ ਨੇ। ਹੁਣ ਕੋਈ ਬੱਚਾ ਆਪਣੇ ਕੋਲ ਪੁੱਛਦਾ ਜੀ 120 ਨੰਬਰ ਨੇ ਮੇਰੇ ਸਰ, ਤਾਂ ਦੱਸੋ ਮੈਂ ਕਿਹੜੀ ਕਲਾਸ ਦੇ ਵਿੱਚ ਜਿਹੜਾ ਉਹ ਇਨਕਲੂਡ ਕੀਤਾ ਗਿਆ, ਕਿਹੜੇ ਬੈਚ 'ਚ ਮੈਨੂੰ ਇਨਕਲੂਡ ਕੀਤਾ ਗਿਆ। ਤਾਂ ਅਸੀਂ ਕਿਹਾ ਜੀ ਤੂੰ ਆਹ ਵਾਲਾ ਜਿਹੜਾ ਹੈਗਾ 120 ਤੋਂ ਲੈ ਕੇ 130 ਤੱਕ ਵਾਲਾ ਜਿਹੜਾ ਕਲਾਸ ਇੰਟਰਵਲ ਆ, ਜਿਹ 'ਚ 2 ਬੱਚੇ ਹੀ ਨੇ, ਜਿਹ 'ਚੋਂ ਇੱਕ ਤੂੰ ਹੈ ਤੇ ਇੱਕ ਕੋਈ ਹੋਰ ਹੈ, ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਥਰਡ ਕਲਾਸ ਦੇ ਇੰਟਰਵਲ ਦੇ ਵਿੱਚ। ਤਾਂ ਅਸੀਂ ਦੇਖਿਆ ਵੀ ਅਸੀਂ ਈਜ਼ਲੀ ਜਿਹੜਾ ਡਿਸਕ੍ਰੀਟ ਡਾਟਾ ਉਹਨੂੰ ਐਕਸਕਲੂਸਿਵ ਸੀਰੀਜ਼ 'ਚ ਜਿਹੜਾ ਰਿਪਰੈਜ਼ੈਂਟ ਕਰ ਪਾਏ। ਹੁਣ ਅਸੀਂ ਦੇਖਦੇ ਹਾਂ ਕਿ ਇਨਕਲੂਸਿਵ ਸੀਰੀਜ਼ ਦੇ ਵਿੱਚ ਵੀ ਡਿਸਕ੍ਰੀਟ ਡਾਟਾ ਜਿਵੇਂ ਕਿ ਮਾਰਕਸ ਹੋ ਗਏ, ਨੰਬਰ ਆਫ ਸਟੂਡੈਂਟਸ ਹੋ ਗਏ, ਨੰਬਰ ਆਫ ਬਾਲਸ ਹੋ ਗਈਆਂ, ਹੈ ਨਾ, ਡੇਜ਼ ਹੋ ਗਏ, ਇਹਨਾਂ ਨੂੰ ਕੀ ਰਿਪਰੈਜ਼ੈਂਟ ਕਰ ਪਾਵਾਂਗੇ। ਤਾਂ ਦੇਖੋ ਰਾਜੇ, ਕਿਉਂਕਿ ਬਾਲ ਹੋ ਗਈ, ਅੱਧੀ ਬਾਲ ਤਾਂ ਨਹੀਂ, ਇੱਦਾਂ ਥੋੜ੍ਹਾ ਕਹਾਂਗੇ ਵੀ ਅੱਧੀ ਬਾਲ ਹੋ ਗਈ ਜਾਂ 1.1 ਬਾਲ ਹੋ ਗਈ। ਅਸੀਂ ਓਵਰ ਨੂੰ ਰਿਪਰੈਜ਼ੈਂਟ ਕਰਦੇ ਹਾਂ ਵੀ ਪਹਿਲਾ ਓਵਰ ਪਹਿਲੀ ਬਾਲ, ਪਹਿਲਾ ਓਵਰ ਤੀਜੀ ਬਾਲ। ਲੇਕਿਨ ਨੰਬਰ ਆਫ ਬਾਲਸ ਦੀ ਗੱਲ ਕਰ ਰਿਹਾ ਮੈਂ ਇੱਥੇ। ਨੰਬਰ ਆਫ ਬਾਲਸ ਤਾਂ 1 2 3 4 5 6 ਇੱਦਾਂ ਰਹਿਣਗੀਆਂ। ਤਾਂ ਹੁਣ ਗੱਲ ਕਰੀਏ ਅਸੀਂ ਇਨਕਲੂਸਿਵ ਸੀਰੀਜ਼ ਦੇ ਵਿੱਚ ਅਗਰ ਅਸੀਂ PS ਟੈਟ ਦੇ ਮਾਰਕਸ ਨੂੰ ਰਿਪਰੈਜ਼ੈਂਟ ਕਰਨਾ ਹੋਵੇ, ਅਸੀਂ ਇਸੇ ਐਗਜ਼ਾਮਪਲ ਨੂੰ ਕੰਟੀਨਿਊ ਕਰਦੇ ਹਾਂ। ਤਾਂ ਹੁਣ ਇੱਥੇ ਕੋਈ ਬੱਚਾ ਆਪਾਂ ਨੂੰ ਕਹਿ ਦਿੱਤਾ ਜਾਵੇ ਕਿ ਸਰ 112 ਨੰਬਰ ਨੇ ਮੇਰੇ, ਤਾਂ ਦੱਸੋ ਟੇਬਲ 2 ਦੇ ਵਿੱਚ ਮੈਨੂੰ ਕਿੱਥੇ ਰਿਪਰੈਜ਼ੈਂਟ ਕੀਤਾ ਗਿਆ, ਕਿਹੜੇ ਨੰਬਰ ਆਫ ਸਟੂਡੈਂਟਸ ਦੇ ਵਿੱਚ ਜਾਂ ਫਿਰ ਕਿਹੜੀ ਕਲਾਸ ਦੇ ਵਿੱਚ ਮੈਨੂੰ ਰਿਪਰੈਜ਼ੈਂਟ ਜਿਹੜਾ ਤੁਸੀਂ ਕੀਤਾ ਹੈ। ਤਾਂ ਅਸੀਂ ਅਗਰ ਧਿਆਨ ਦਿਓ ਤਾਂ ਰਾਜੇ 112 ਜਿਹੜਾ ਉਹ ਸੈਕਿੰਡ ਕਲਾਸ ਇੰਟਰਵਲ ਦੇ ਵਿੱਚ ਜਿਹੜਾ ਉਸ ਬੱਚੇ ਨੂੰ ਕੀਤਾ, ਜਿਸ 'ਚ 11 ਬੱਚੇ ਨੇ। ਤੇ ਅਸੀਂ ਕਿਹਾ ਵੀ ਤੂੰ ਇਹਨਾਂ 11 ਬੱਚਿਆਂ ਵਿੱਚੋਂ ਇੱਕ ਬੱਚਾ ਹੈ। ਹੁਣ ਇੱਕ ਬੱਚਾ ਆਪਣੇ ਕੋਲ ਆਇਆ ਰਾਜੇ, ਉਹ ਕਹਿੰਦਾ ਜੀ ਮੇਰੇ 130 ਨੰਬਰ ਨੇ ਸਰ, ਦੱਸੋ ਮੈਂ ਕਿਹੜੀ ਕਲਾਸ 'ਚ ਜਿਹੜਾ ਉਹ ਇਨਕਲੂਡ ਕੀਤਾ ਗਿਆ। ਤਾਂ ਅਸੀਂ ਕਿਹਾ ਜੀ ਜਿਹੜੀ ਤੇਰੀ ਆਹ ਕਲਾਸ ਹੈ 130 ਤੋਂ ਲੈ ਕੇ 39 ਵਾਲੀ, ਜਿਸ 'ਚ ਸਿਰਫ 2 ਬੱਚੇ ਨੇ, ਜਿਨ੍ਹਾਂ ਵਿੱਚੋਂ ਇੱਕ ਤੂੰ ਹੈ, ਇਸ ਦੇ ਵਿੱਚ ਤੈਨੂੰ ਜਿਹੜਾ ਹੈ ਸ਼ਾਮਿਲ ਕੀਤਾ ਗਿਆ। ਕਿਉਂਕਿ ਇਨਕਲੂਸਿਵ ਦੇ ਵਿੱਚ ਅਸੀਂ ਕਿਹਾ ਸੀ ਕਿ ਜਿਹੜੀ ਲੋਅਰ ਲਿਮਿਟ ਆ ਉਹਨੂੰ ਵੀ ਇਨਕਲੂਡ ਕਰਨਾ ਹੈ, ਅਤੇ ਜਿਹੜੀ ਹਾਇਰ ਲਿਮਿਟ ਹੈ ਉਹਨੂੰ ਵੀ ਅਸੀਂ ਇਨਕਲੂਡ ਕਰਕੇ ਚੱਲਣਾ ਹੈ। ਤਾਂ ਇੱਥੋਂ ਸਾਨੂੰ ਕੀ ਪਤਾ ਚੱਲਦਾ ਹੈ ਕਿ ਜਿਹੜਾ ਡਿਸਕ੍ਰੀਟ ਡਾਟਾ ਰਾਜੇ ਉਹਨੂੰ ਐਕਸਕਲੂਸਿਵ ਅਤੇ ਇਨਕਲੂਸਿਵ ਸੀਰੀਜ਼ ਦੋਨਾਂ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ, ਦੋਨਾਂ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ। ਲੇਕਿਨ ਅਸੀਂ ਗੱਲ ਕਰੀਏ ਕੰਟੀਨਿਊਸ ਡਾਟਾ ਦੀ, ਤਾਂ ਕੰਟੀਨਿਊਸ ਡਾਟਾ ਨੂੰ ਸਿਰਫ ਔਰ ਸਿਰਫ ਅਸੀਂ ਐਕਸਕਲੂਸਿਵ ਸੀਰੀਜ਼ ਦੇ ਰਾਹੀਂ ਹੀ ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਇਹ ਸੀ ਆਪਣੇ ਕੋਲ ਟਾਈਪਸ ਆਫ ਡਾਟਾ ਅਤੇ ਉਹਦੀ ਰਿਪਰੈਜ਼ੈਂਟੇਸ਼ਨ ਅਤੇ ਰਿਪਰੈਜ਼ੈਂਟੇਸ਼ਨ ਐਕਸਕਲੂਸਿਵ ਅਤੇ ਇਨਕਲੂਸਿਵ ਦੀ। ਨੈਕਸਟ ਹੈ ਸਾਡੇ ਕੋਲ ਕਿਊਮੂਲੇਟਿਵ ਫ੍ਰੀਕੁਐਂਸੀ। ਤਾਂ ਅਸੀਂ ਕੁਝ ਬੇਸਿਕ ਟਰਮਸ ਨੇ ਜਿਹੜੀਆਂ ਉਹੀ ਇਸ ਲੈਕਚਰ ਦੇ ਵਿੱਚ ਕਰ ਰਹੇ ਹਾਂ। ਕਿਊਮੂਲੇਟਿਵ ਫ੍ਰੀਕੁਐਂਸੀ ਰਾਜੇ ਕੀ ਹੁੰਦੀ ਹੈ, ਕਿਸੇ ਵੀ ਕਲਾਸ ਦੀ ਕਿਊਮੂਲੇਟਿਵ ਫ੍ਰੀਕੁਐਂਸੀ ਅਗਰ ਕੱਢਣੀ ਹੋਵੇ ਤਾਂ ਉਸ ਕਲਾਸ ਤੋਂ ਪਹਿਲਾਂ ਵਾਲੀਆਂ ਕਲਾਸਿਸ ਦੀ ਫ੍ਰੀਕੁਐਂਸੀ ਨੂੰ ਜੋੜ ਲਓ ਅਤੇ ਉਸ ਕਲਾਸ ਦੀ ਆਪਦੀ ਫ੍ਰੀਕੁਐਂਸੀ ਨੂੰ ਵੀ ਜੋੜ ਲਓ, ਤਾਂ ਸਾਡੇ ਕੋਲ ਆ ਜਾਵੇਗੀ ਕਿਊਮੂਲੇਟਿਵ ਫ੍ਰੀਕੁਐਂਸੀ। ਕਿਊਮੂਲੇਟਿਵ ਫ੍ਰੀਕੁਐਂਸੀ ਨੂੰ ਫਾਈਂਡ ਆਊਟ ਕਰਨ ਦੇ ਦੋ ਤਰੀਕੇ ਹੁੰਦੇ ਨੇ, ਦੋ ਜਿਹੜੀਆਂ ਹੁੰਦੀਆਂ, ਦੋ ਤਰ੍ਹਾਂ ਦੀ ਹੁੰਦੀ ਕਿਊਮੂਲੇਟਿਵ ਫ੍ਰੀਕੁਐਂਸੀ। ਇੱਕ ਹੁੰਦੀ ਰਾਜੇ ਆਪਣੇ ਕੋਲ ਲੈਸ ਦੈਨ ਸੀਰੀਜ਼ ਅਤੇ ਇੱਕ ਹੁੰਦੀ ਹੈ ਆਪਣੇ ਕੋਲ ਰਾਜੇ ਮੋਰ ਦੈਨ ਸੀਰੀਜ਼। ਜਿਹੜੀ ਲੈਸ ਦੈਨ ਸੀਰੀਜ਼ ਹੁੰਦੀ ਹੈ ਰਾਜੇ, ਇਹਨੂੰ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ ਆਪਣੇ ਕੁਐਸਚਨਸ ਨੂੰ ਸੋਲਵ ਕਰਨ 'ਚ। ਜਦੋਂ ਅਸੀਂ ਮੀਡੀਅਨ ਕੁਆਰਟਾਈਲ ਡਿਸਾਈਲ ਫਾਈਂਡ ਆਊਟ ਕਰਾਂਗੇ ਤਾਂ ਉਸ ਟਾਈਮ ਦੇ ਉੱਤੇ ਅਸੀਂ ਜ਼ਿਆਦਾ ਯੂਜ਼ ਕਰਾਂਗੇ ਲੈਸ ਦੈਨ ਸੀਰੀਜ਼ ਨੂੰ ਐਜ਼ ਕੰਪੈਰੀਜ਼ਨ ਟੂ ਮੋਰ ਦੈਨ ਸੀਰੀਜ਼। ਤਾਂ ਦੇਖ ਲੈਂਦੇ ਹਾਂ ਕਿ ਲੈਸ ਦੈਨ ਸੀਰੀਜ਼ ਅਤੇ ਮੋਰ ਦੈਨ ਸੀਰੀਜ਼ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਿਊਮੂਲੇਟਿਵ ਫ੍ਰੀਕੁਐਂਸੀ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਅਸੀਂ ਦੇਖ ਲੈਂਦੇ ਹਾਂ ਕਿ ਕਿਊਮੂਲੇਟਿਵ ਫ੍ਰੀਕੁਐਂਸੀ ਦੀ ਜਿਹੜੀ ਟਾਈਪਸ ਨੇ ਲੈਸ ਦੈਨ ਅਤੇ ਮੋਰ ਦੈਨ ਸੀਰੀਜ਼, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ ਕਿਊਮੂਲੇਟਿਵ ਫ੍ਰੀਕੁਐਂਸੀ ਨੂੰ। ਰਾਜੇ ਸਾਨੂੰ ਟੇਬਲ 1 ਦੇ ਵਿੱਚ ਕਿਹਾ ਗਿਆ ਕਿ ਸਾਨੂੰ ਜਿਹੜੀ ਹੈ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦੇ ਰੱਖੀ ਹੈ 50 ਸਟੂਡੈਂਟਸ ਦੀ, ਉਹਨਾਂ ਦੇ ਮਾਰਕਸ ਦੇ ਅਕੋਰਡਿੰਗ। ਕਿਹਾ ਗਿਆ ਕਿ 30 ਤੋਂ 40 ਦੇ ਵਿੱਚ 15 ਬੱਚੇ ਨੇ, 40 ਤੋਂ 50 ਦੇ ਵਿੱਚ 14 ਬੱਚੇ ਨੇ, 50 ਤੋਂ 60 ਮਾਰਕਸ ਵਾਲੇ 13 ਬੱਚੇ ਨੇ, 60 ਤੋਂ 70 ਮਾਰਕਸ ਵਾਲੇ 8 ਬੱਚੇ ਨੇ, ਅਤੇ ਟੋਟਲ ਸਾਡੇ ਕੋਲ ਸਟੂਡੈਂਟਸ ਕਿੰਨੇ ਨੇ, 50 ਸਟੂਡੈਂਟਸ ਨੇ। ਹੁਣ ਅਸੀਂ ਕੀ ਕਰਨਾ ਰਾਜੇ, ਲੈਸ ਦੈਨ ਸੀਰੀਜ਼ ਦਾ ਯੂਜ਼ ਕਰਕੇ ਕੀ ਫਾਈਂਡ ਆਊਟ ਕਰਨੀ ਹੈ ਕਿਊਮੂਲੇਟਿਵ ਫ੍ਰੀਕੁਐਂਸੀ ਟੇਬਲ 1 ਦੀ। ਅਗਰ ਗੱਲ ਕਰੀਏ ਸਭ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਕਿ ਲੈਸ ਦੈਨ 30 ਨੰਬਰਾਂ ਤੋਂ ਘੱਟ ਵਾਲੇ ਕਿੰਨੇ ਬੱਚੇ ਨੇ ਸਾਡੇ ਕੋਲ। ਤਾਂ ਸਾਨੂੰ ਪਤਾ ਜਿਹੜੀ ਮਾਰਕਸ ਡਿਸਟਰੀਬਿਊਸ਼ਨ ਹੈ ਰਾਜੇ ਉਹ ਸਟਾਰਟ ਹੁੰਦੀ ਹੈ 30 ਤੋਂ, ਅਤੇ 30 ਤੋਂ ਘੱਟ ਵਾਲਾ ਤਾਂ ਇੱਥੇ ਕੋਈ ਵੀ ਨਹੀਂ। ਤਾਂ ਆਪਣੇ ਕੋਲ ਕਿੰਨੇ ਸਟੂਡੈਂਟਸ ਨੇ, 0 ਸਟੂਡੈਂਟਸ ਨੇ। ਹੁਣ ਨੈਕਸਟ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਲੈਸ ਦੈਨ 40 ਨੰਬਰ ਤੋਂ ਘੱਟ ਵਾਲੇ ਬੱਚੇ, ਜਿਨ੍ਹਾਂ ਦੇ 40 ਨੰਬਰਾਂ ਤੋਂ ਘੱਟ ਨੇ। ਜਿਹੜੀ ਸੈਕਿੰਡ ਤੁਸੀਂ ਕਲਾਸ ਦੇਖ ਰਹੇ ਹੋ ਨਾ, ਜਿਹੜੀ ਸੈਕਿੰਡ ਕਲਾਸ ਦੇਖ ਰਹੇ ਹੋ, ਇਸ ਕਲਾਸ ਦੇ ਵਿੱਚ ਜਿਹੜਾ ਪਹਿਲਾ ਬੱਚਾ ਜਿਹੜਾ ਹੋਵੇਗਾ ਉਸ ਦੇ ਨੰਬਰ 40 ਨੇ, ਫਿਰ 41 42 43 44 45 ਇਸ ਤਰ੍ਹਾਂ 50 ਤੱਕ ਜਾਵਾਂਗੇ ਇਸ ਕਲਾਸ ਇੰਟਰਵਲ ਦੇ ਅਕੋਰਡਿੰਗ। ਅਤੇ ਇਹਦੀ ਫ੍ਰੀਕੁਐਂਸੀ ਕਿੰਨੀ ਦੇ ਰੱਖੀ ਹੈ, 14 ਦੇ ਰੱਖੀ ਹੈ। ਹੁਣ ਰਾਜੇ ਜਦੋਂ ਸਾਨੂੰ ਕਿਹਾ ਗਿਆ, ਅਗਰ ਟੇਬਲ ਇਸ ਦੀ ਗੱਲ, ਇਸ ਨੂੰ ਅਸੀਂ ਟੇਬਲ ਜਿਹੜਾ 2 ਦਾ ਨਾਮ ਦੇ ਰਹੇ ਹਾਂ। ਅਗਰ ਟੇਬਲ 2 ਦੀ ਗੱਲ ਕਰੀਏ ਤਾਂ ਸਾਨੂੰ ਕਿਹਾ ਗਿਆ ਕਿ ਸੈਕਿੰਡ ਕਲਾਸ ਸਾਡੇ ਵਿੱਚ ਲੈਸ ਦੈਨ 40 ਹੋਣਾ ਚਾਹੀਦਾ। 40 ਤੋਂ ਘੱਟ ਨੰਬਰਾਂ ਵਾਲੇ ਬੱਚੇ ਕਿੰਨੇ ਨੇ, ਤਾਂ ਰਾਜੇ 40 ਤੋਂ ਜਿਹੜੇ ਆਪਣੇ ਕੋਲ ਘੱਟ ਨੰਬਰ ਵਾਲੇ ਬੱਚੇ ਨੇ ਉਹ ਕਿੰਨੇ ਨੇ, ਉਹ 15 ਬੱਚੇ ਨੇ।
ਤਾਂ 15 ਬੱਚੇ ਇਹੋ ਜਿਹੇ ਨੇ ਜੀ ਜਿਨ੍ਹਾਂ ਦੇ ਨੰਬਰ ਜਿਹੜੇ ਨੇ ਉਹ 40 ਤੋਂ ਕੀ ਨੇ ਘੱਟ ਨੇ। ਹੁਣ ਗੱਲ ਕਰੀਏ ਅਗਰ ਲੈਸ ਦੈਨ 50 ਦੀ, ਤਾਂ ਕਿਹਾ ਕਿ 50 ਨੰਬਰ ਤੋਂ ਘੱਟ ਵਾਲੇ ਬੱਚੇ ਜਿਹੜੇ ਆ ਉਹ ਕਿੰਨੇ ਨੇ, ਤਾਂ ਉਹ ਸਾਡੇ ਕੋਲ ਨੇ 0 + 15 + 14, ਤਾਂ ਟੋਟਲ ਆਪਣੇ ਕੋਲ ਕਿੰਨੇ ਬੱਚੇ ਆ ਗਏ 29। 29 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਨੰਬਰ ਟੇਬਲ 1 ਦੇ ਵਿੱਚ ਅਸੀਂ ਅਗਰ ਧਿਆਨ ਨਾਲ ਦੇਖੀਏ ਤਾਂ 29 ਜਿਹੜੇ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਨੰਬਰ 50 ਨੰਬਰਾਂ ਤੋਂ ਘੱਟ ਨੇ। ਹੁਣ ਗੱਲ ਕਰੀਏ ਵੀ 60 ਨੰਬਰ ਤੋਂ ਘੱਟ ਜਿਹੜੇ ਬੱਚੇ ਨੇ ਉਹਨਾਂ ਦੇ 60 ਨੰਬਰ ਤੋਂ ਘੱਟ ਵਾਲੇ ਬੱਚੇ ਕਿੰਨੇ ਨੇ, ਤਾਂ ਉਹ ਨੇ ਸਾਡੇ ਕੋਲ 0 + 15 + 14 ਪਲੱਸ ਸਾਡੇ ਕੋਲ ਕਿੰਨਾ ਆ ਗਿਆ 13। ਤਾਂ ਆਪਣੇ ਕੋਲ ਕਿੰਨੇ ਬੱਚੇ ਆ ਗਏ ਰਾਜੇ, ਇਹ ਆਪਣੇ ਕੋਲ ਬੱਚੇ ਆ ਗਏ 42 ਬੱਚੇ ਆ ਗਏ। ਹੁਣ ਗੱਲ ਕਰੀਏ 70 ਤੋਂ ਘੱਟ, 70 ਨੰਬਰ ਤੋਂ ਘੱਟ ਕਿੰਨੇ ਬੱਚੇ ਨੇ, ਤਾਂ ਉਹਨੇ 0 + 15 + 14 + 13 + 8 ਕਿੰਨਾ ਆ ਗਿਆ ਰਾਜੇ 50 ਬੱਚੇ ਆ ਗਏ ਆਪਣੇ ਕੋਲ ਜਿਹੜੇ 70 ਤੋਂ ਜਿਹੜੇ ਨੇ ਘੱਟ ਨੰਬਰਾਂ ਵਾਲੇ ਬੱਚੇ ਨੇ। ਤਾਂ ਇਹ ਸੀਗਾ ਸਾਡਾ ਰਾਜੇ ਲੈਸ ਦੈਨ ਸੀਰੀਜ਼ ਦਾ ਕੰਸੈਪਟ। ਹੁਣ ਅਸੀਂ ਦੇਖ ਲੈਂਦੇ ਹਾਂ ਮੋਰ ਦੈਨ ਸੀਰੀਜ਼ ਦਾ ਕੰਸੈਪਟ। ਤਾਂ ਮੋਰ ਦੈਨ ਸੀਰੀਜ਼ ਦੇ ਕੰਸੈਪਟ ਦੇ ਵਿੱਚ ਅਗਰ ਗੱਲ ਕਰੀਏ, ਸਭ ਤੋਂ ਪਹਿਲਾਂ ਸਾਨੂੰ ਕੀ ਕਿਹਾ ਗਿਆ, ਕਹਿੰਦੇ ਮੋਰ ਦੈਨ 30, 30 ਨੰਬਰ ਤੋਂ ਵੱਧ ਵਾਲੇ ਕਿੰਨੇ ਬੱਚੇ ਨੇ। ਟੇਬਲ 1 ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ 30 ਨੰਬਰ ਤੋਂ ਵੱਧ ਵਾਲੇ ਕਿੰਨੇ ਬੱਚੇ ਨੇ, ਤਾਂ ਜਿੰਨੇ ਵੀ ਆ ਸਾਰੇ ਬੱਚੇ ਨੇ ਇਹਨਾਂ ਸਾਰਿਆਂ ਦੇ ਨੰਬਰ ਜਿਹੜੇ ਆ ਉਹ 30 ਤੋਂ ਜ਼ਿਆਦਾ। ਤਾਂ ਅਸੀਂ ਕੀ ਕਹਾਂਗੇ ਟੋਟਲ 50 ਬੱਚੇ ਨੇ ਜਿਨ੍ਹਾਂ ਦੇ ਨੰਬਰ ਜਿਹੜੇ ਆ ਉਹ 30 ਤੋਂ ਜ਼ਿਆਦਾ। ਹੁਣ ਗੱਲ ਕਰੀਏ ਅਗਰ 40 ਨੰਬਰਾਂ ਤੋਂ ਵੱਧ ਵਾਲੇ ਬੱਚੇ ਕਿੰਨੇ ਨੇ, ਕਿੰਨੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਜਿਹੜੇ ਨੰਬਰ ਨੇ ਉਹ 40 ਤੋਂ ਵੱਧ ਆਏ ਨੇ। ਤਾਂ ਰਾਜੇ ਦੇਖੋ ਤੁਸੀਂ ਆਹ ਟੋਟਲ ਆਪਣੇ ਕੋਲ ਬੱਚੇ ਸੀਗੇ ਕਿੰਨੇ 50 ਬੱਚੇ ਸੀ ਜਿਨ੍ਹਾਂ ਦੇ ਨੰਬਰ ਆਏ ਸੀਗੇ 30 ਤੋਂ ਜ਼ਿਆਦਾ। ਤੇ ਅਗਰ ਗੱਲ ਕਰੀਏ ਸੈਕਿੰਡ ਜਿਹੜੀ ਕਲਾਸ ਹੈ ਸਾਡੇ ਕੋਲ, ਇਸ ਕਲਾਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਇੱਥੇ ਉਹ ਬੱਚੇ ਨੇ ਜਿਨ੍ਹਾਂ ਦੇ ਨੰਬਰ 40 ਆ, 41 ਆ, 42 ਆ, 43 ਆ, ਇਸੇ ਕਰ ਇੱਥੋਂ 49 ਤੱਕ ਜਿਨ੍ਹਾਂ ਦੇ ਨੰਬਰ ਨੇ। ਤਾਂ ਜਿਹੜੀ ਸੈਕਿੰਡ ਕਲਾਸ ਆ ਸਾਡੇ ਕੋਲ, ਉਹ ਕਲਾਸ ਉਹ ਆ ਜਿਸ ਦੇ ਵਿੱਚ ਉਹ ਬੱਚੇ ਸ਼ਾਮਿਲ ਨੇ ਜਿਨ੍ਹਾਂ ਦੇ 40 ਤੋਂ ਨੰਬਰ ਜਿਹੜੇ ਆ ਵੱਧ ਹੈ। ਤੇ ਰਾਜੇ ਜੇ ਅਸੀਂ ਕੀ ਕਰੀਏ, ਆ ਜਿਹੜਾ ਇੱਥੋਂ ਲੈ ਕੇ ਆ ਅਗਰ ਦੇਖੀਏ ਨੰਬਰ, ਤਾਂ ਇਹ ਸਾਰੇ ਬੱਚੇ ਉਹ ਨੇ ਜਿਨ੍ਹਾਂ ਦੇ ਨੰਬਰ 40 ਤੋਂ ਵੱਧ ਨੇ। ਏ ਗਰੁੱਪ 'ਚ ਵੀ 40 ਤੋਂ ਵੱਧ ਵਾਲੇ ਬੱਚੇ ਨੇ, ਏ ਗਰੁੱਪ 'ਚ ਵੀ 40 ਤੋਂ ਵੱਧ ਵਾਲੇ ਬੱਚੇ ਨੇ, ਏ ਗਰੁੱਪ 'ਚ ਵੀ 40 ਤੋਂ ਵੱਧ ਵਾਲੇ ਬੱਚੇ ਗਏ। ਲੇਕਿਨ ਜਿਹੜਾ ਆ ਗਰੁੱਪ ਹੈ, ਇਸ ਗਰੁੱਪ ਦੇ ਵਿੱਚ ਸਿਰਫ ਉਹੀ ਬੱਚੇ ਨੇ ਜਿਨ੍ਹਾਂ ਦੇ ਜਿਹੜੇ ਨੰਬਰ ਨੇ ਉਹ 30 ਤੋਂ ਲੈ ਕੇ 40 ਦੇ ਵਿੱਚ ਨੇ, ਮਤਲਬ 40 ਤੋਂ ਘੱਟ ਵਾਲੇ ਬੱਚੇ ਨੇ। ਤਾਂ ਅਸੀਂ ਕੀ ਕਰਾਂਗੇ ਟੋਟਲ ਦੇ ਵਿੱਚੋਂ ਆਹ ਗਰੁੱਪ ਛੱਡ ਦਾਂਗੇ ਜੋ ਕਿ 15 ਬੱਚਿਆਂ ਵਾਲਾ ਹੈ, ਤਾਂ ਸਾਡੇ ਕੋਲ ਕੀ ਬਚੂਗਾ, ਆਹ ਗਰੁੱਪ ਬਚੂਗਾ ਜਿਹੜਾ ਕਿ ਸਾਡੇ ਕੋਲ 40 ਤੋਂ ਵੱਧ ਨੰਬਰਾਂ ਵਾਲੇ ਬੱਚਿਆਂ ਦਾ। ਤਾਂ ਅਸੀਂ ਕੀ ਕਰਾਂਗੇ 50 ਚੋਂ ਮਾਈਨਸ ਕਰ ਦਾਂਗੇ 15 ਨੂੰ, ਤਾਂ ਸਾਡੇ ਕੋਲ ਕਿੰਨਾ ਆ ਜਾਵੇਗਾ ਰਾਜੇ, ਉਹ ਆ ਜਾਵੇਗਾ ਆਪਣੇ ਕੋਲ 35 ਆ ਜਾਵੇਗਾ। ਗੱਲ ਕਰੀਏ ਮੋਰ ਦੈਨ 50 ਵਾਲੀ ਕਲਾਸ ਦੀ, ਤਾਂ ਉਹ ਆਪਣੇ ਕੋਲ ਕਿੰਨੇ ਆ ਜਾਣਗੇ ਰਾਜੇ, ਉਹ ਆ ਜਾਣਗੇ 35 - 14, ਤਾਂ ਆਪਣੇ ਕੋਲ 21 ਬੱਚੇ ਇਹੋ ਜਿਹੇ ਆਣਗੇ ਜਿਨ੍ਹਾਂ ਦੇ ਨੰਬਰ ਜਿਹੜੇ ਆ 50 ਤੋਂ ਜ਼ਿਆਦਾ ਹੈ। ਤੇ ਜੇ ਗੱਲ ਕਰੀਏ ਮੋਰ ਦੈਨ 60 ਮਾਰਕਸ ਦੀ, ਤਾਂ 60 ਮਾਰਕਸ ਤੋਂ ਜ਼ਿਆਦਾ ਵਾਲੇ ਬੱਚੇ ਕਿੰਨੇ ਨੇ, ਉਹ ਆ ਜਾਣਗੇ ਰਾਜੇ 21 ਚੋਂ 13 ਮਾਈਨਸ ਕੀਤੇ 8 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਨੰਬਰ ਸਾਡੇ ਕੋਲ 60 ਨੰਬਰਾਂ ਤੋਂ ਜ਼ਿਆਦਾ ਹੈ। ਤੇ ਅਗਰ ਗੱਲ ਕਰੀਏ 70 ਤੋਂ ਜ਼ਿਆਦਾ ਨੰਬਰ ਵਾਲੇ ਕਿੰਨੇ ਬੱਚੇ ਨੇ, ਤਾਂ ਉਹ ਆਪਣੇ ਕੋਲ ਕਿੰਨੇ ਆ ਜਾਣਗੇ ਰਾਜੇ 0। ਕਿਸੇ ਵੀ ਬੱਚੇ ਦਾ ਜਿਹੜਾ ਨੰਬਰ ਹੈ ਉਹ 70 ਤੋਂ ਜ਼ਿਆਦਾ ਨਹੀਂ ਹੈਗੀ। ਤਾਂ ਇਸ ਤਰ੍ਹਾਂ ਰਾਜੇ ਅਸੀਂ ਕੀ ਕੀਤਾ, ਅਸੀਂ ਮੋਰ ਦੈਨ ਸੀਰੀਜ਼ ਤੇ ਲੈਸ ਦੈਨ ਸੀਰੀਜ਼ ਦੀ ਮਦਦ ਦੇ ਨਾਲ ਫ੍ਰੀਕੁਐਂਸੀ ਨੂੰ, ਜਿਹੜੀ ਕਿਊਮੂਲੇਟਿਵ ਫ੍ਰੀਕੁਐਂਸੀ ਹੈ, ਉਹਨੂੰ ਅਸੀਂ ਜਿਹੜਾ ਉਹ ਰਿਪਰੈਜ਼ੈਂਟ ਕੀਤਾ, ਫਾਈਂਡ ਆਊਟ ਕੀਤਾ। ਲੇਕਿਨ ਅਗਰ ਗੱਲ ਕਰੀਏ ਟੇਬਲ 1 ਦੀ, ਕਿ ਅਸੀਂ ਜਿਹੜਾ ਹੈ ਯੂਜ਼ ਕੀ ਕਰਨਾ ਹੈ ਫਾਈਂਡ ਆਊਟ ਕਰਨ ਲਈ, ਕਿਉਂਕਿ ਅਸੀਂ ਦੋਨੇ ਮੈਥਡ ਨੂੰ ਪ੍ਰੈਕਟਿਸ ਨਹੀਂ ਕਰਾਂਗੇ, ਦੋਨੇ ਮੈਥਡ ਨੂੰ ਪ੍ਰੈਕਟਿਸ ਕਰਾਂਗੇ ਤਾਂ ਕਨਫਿਊਜ਼ਨ ਰਹੂਗੀ ਕਿ ਐਗਜ਼ਾਮ ਦੇ ਵਿੱਚ। ਤਾਂ ਅਸੀਂ ਹਮੇਸ਼ਾ ਜਿਹੜਾ ਲੈਸ ਦੈਨ ਦੀ ਸੀਰੀਜ਼ ਵਾਲਾ ਜਿਹੜਾ ਕੰਸੈਪਟ ਆ ਉਹੀ ਯੂਜ਼ ਕਰਕੇ ਕਮੂਲੇਟਿਵ ਫ੍ਰੀਕੁਐਂਸੀ ਜਿਹੜੀ ਹੈ ਫਾਈਂਡ ਆਊਟ ਕਰਾਂਗੇ। ਤਾਂ ਜਦੋਂ ਕਮੂਲੇਟਿਵ ਫ੍ਰੀਕੁਐਂਸੀ ਜਿਹੜੀ ਫਾਈਂਡ ਆਊਟ ਕਰਨੀ ਹੈ, ਤਾਂ ਰਾਜੇ ਟੇਬਲ 1 ਦੀ ਮਦਦ ਦੇ ਨਾਲ ਉਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ ਨੰਬਰ ਆਫ ਸਟੂਡੈਂਟਸ ਜਿਹੜੇ ਨੇ 30 ਤੋਂ 40 ਮਾਰਕਸ ਵਾਲੇ ਉਹ ਕਿੰਨੇ ਨੇ, 15 ਨੇ। ਤੇ ਜੇ ਅਗਰ ਗੱਲ ਕਰੀਏ 40 ਤੋਂ 50 ਮਾਰਕਸ ਵਾਲੇ ਬੱਚੇ ਕਿੰਨੇ ਨੇ, ਤਾਂ ਸਾਨੂੰ ਪਤਾ ਹੈ ਉਹ ਕਿੰਨੇ ਨੇ, 15 + 14 ਕਿੰਨੇ ਨੇ, 29 ਆ ਗਏ। ਅਗਰ ਗੱਲ ਕਰੀਏ 50 ਤੋਂ 60 ਮਾਰਕਸ ਵਾਲੇ ਬੱਚੇ, ਤਾਂ ਉਹ ਕਿੰਨੇ 29 + 13 42 ਬੱਚੇ ਨੇ। ਤੇ ਜੇ ਗੱਲ ਕਰੀਏ 60 ਤੋਂ 70 ਮਾਰਕਸ ਵਾਲੇ ਕਿੰਨੇ ਬੱਚੇ ਨੇ, 42 + 8 50 ਬੱਚੇ ਜਿਹੜੇ ਸਾਡੇ ਕੋਲ ਟੋਟਲ ਆ ਗਏ। ਜਿਹੜਾ ਰਾਜੇ ਇਹ ਮੈਥਡ ਹੈ ਇਹ ਆਪਣੇ ਕੋਲ ਜ਼ਿਆਦਾ ਪ੍ਰੈਕਟਿਸ ਕਰਾਂਗੇ ਤਾਂ ਕਿ ਸਾਡੇ ਕੋਲ ਇੱਕ ਹੀ ਮੈਥਡ ਇਹੋ ਜਿਹਾ ਰਵੇ ਜਿਹਦੇ ਨਾਲ ਅਸੀਂ ਕਮਿਊਲੇਟਿਵ ਫ੍ਰੀਕੁਐਂਸੀ ਫਾਈਂਡ ਆਊਟ ਕਰਨ ਦੀ ਪ੍ਰੈਕਟਿਸ ਜਿਹੜੀ ਹੈ ਕਰ ਸਕੀਏ। ਤਾਂ ਰਾਜੇ ਇਹ ਸੀਗਾ ਆਪਣਾ ਲੈਕਚਰ 1। ਤਾਂ ਹੁਣ ਇਸ ਤੋਂ ਬਾਅਦ ਜਿਹੜਾ ਲੈਕਚਰ 2 ਹੋਵੇਗਾ ਉਸ ਦੇ ਵਿੱਚ ਅਸੀਂ ਮੀਨ ਕਰਾਂਗੇ, ਕੰਬਾਈਨਡ ਮੀਨ ਕਰਾਂਗੇ, ਅਤੇ ਉਸ ਦੇ ਨਾਲ ਰਿਲੇਟਡ ਜਿਹੜੇ MCQs ਨੇ
ਉਹ ਅਸੀਂ ਕਰਾਂਗੇ ਜੋ ਕਿ ਐਗਜ਼ਾਮ ਦੇ ਵਿੱਚ ਆਉਣੇ ਹੀ ਆਉਣੇ ਆ। ਤਾਂ ਰਾਜੇ ਲੈਕਚਰ 1 ਨੂੰ ਜਿਹੜਾ ਉਹ ਤੁਸੀਂ ਬੇਸਿਕ ਸਮਝ ਕੇ ਚਲੋ, ਇੱਕ ਬੇਸਿਕ ਇੰਟਰੋਡਕਸ਼ਨ ਨੇ, ਬੇਸਿਕ ਟਰਮਸ ਨੇ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਨੇ, ਤੁਹਾਨੂੰ ਪਤਾ ਹੋਣਾ। ਇਸ ਟੌਪਿਕ ਨਾਲ ਰਿਲੇਟਡ ਤੁਹਾਡਾ ਕੋਈ ਵੀ ਡਾਊਟ ਹੋਵੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਰਾਜੇ। ਅਤੇ ਇੰਸਟਾਗ੍ਰਾਮ ਚੈਨਲ ਜਿਹੜਾ ਹੈ ਸਾਡਾ, ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਰੱਖੇ, ਜਿੱਥੇ ਮੈਂ ਪ੍ਰਸ਼ਨ ਰੀਲ ਜਿਹੜੀ ਅਪਲੋਡ ਕਰ ਦਿੰਦਾ ਹਾਂ। ਤਾਂ ਪਲੀਜ਼ ਸਪੋਰਟ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।